ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਂਧ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾ। ਭੈ ਸਾਗਰੋਂ ਭੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਬੋਹਿ ਥੜਾ ਹਰ ਚਰਨ ਅਰਾਧੇ ਮਿਲ ਸਤਿਗੁਰ ਪਾਰ ਲਗਾਏ ਰਾਮ ਭੈ ਸਾਗਰੋਂ ਭੈ ਸਾਗਰ ਤਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰੀ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਪਿਆਰ ਸਤਿਕਾਰ ਦੇ ਸਹਿਤ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੂਹੀ ਮਹੱਲਾ ਪੰਜਵਾ। ਸੂਹੀ ਰਾਗਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਭੈ ਮਿਟਣ ਅਤੇ ਸੰਸਾਰ ਸਮੁੰਦਰ ਕਿਹੋ ਜਿਹਾ ਹੈ ਅਤੇ ਇਹਦੇ ਤੋਂ ਕਿਵੇਂ ਤਰਿਆ ਜਾ ਸਕਦਾ, ਇਸ ਸੰਬੰਧ ਵਿੱਚ ਪਾਵਨ ਸ਼ਬਦ ਉਚਾਰਨ ਕਰਦੇ ਹਨ। ਪੈ ਸਾਗਰੋ ਪੈ ਸਾਗਰ ਤਰਿਆ। ਸੋ ਉਸਨੇ ਭੈਦਾਇਕ ਸੰਸਾਰ ਸਮੁੰਦਰ ਨੂੰ ਭੈਦਾਇਕ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਇਹ ਵੀਪਸਾ ਅਲੰਕਾਰ ਹੈ ਜੋ ਬਾਰ-ਬਾਰ ਇੱਕ ਗੱਲ ਨੂੰ ਰਿਪੀਟ ਕਰਨਾ ਵੀਪਸਾ ਅਲੰਕਾਰ ਦੀ ਰੀਤੀ। ਕ੍ਰੋਧ, ਸ਼ੋਕ, ਆਨੰਦ ਆਦਿ ਦੇ ਅਸਰ ਨਾਲ ਵਾਕ ਰਚਨਾ ਵਿੱਚ ਇੱਕ ਪਦ ਨੂੰ ਅਨੇਕਾਂ ਵਾਰ ਉਸੇ ਅਰਥ ਦੀ ਪੁਸ਼ਟੀ ਲਈ ਵਰਤਣਾ, ਇਹ ਅਲੰਕਾਰ ਪੁਨਰੁਕਤੀ ਦੋਸ਼ ਤੋਂ ਰਹਿਤ ਹੁੰਦਾ ਹੈ। ਹਰ ਹਰ ਨਾਮ ਧਿਆਏ ਰਾਮ। ਰਾਮ ਹੀ ਭਾਈ ਜਿਸ ਨੇ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਉਹਨੇ ਭੈਦਾਇਕ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਇਸੇ ਪ੍ਰਕਾਰ ਪੈ ਸਾਗਰੋ ਪੈ ਸਾਗਰ ਤਰਿਆ। ਪ੍ਰਤੱਖ ਭੈਦਾਇਕ ਸਮੁੰਦਰ ਦੀ ਨਿਆਈ ਭੈਦਾਇਕ ਸੰਸਾਰ ਸਮੁੰਦਰ ਉਹਨੇ ਤਰਿਆ ਹੈ, ਜਾਂ ਭੈਦਾਇਕ ਸੰਸਾਰ ਸਮੁੰਦਰ ਜਿਸ ਵਿੱਚ ਸਾਹ ਸਹਿਤ ਗਰ ਗਰਲਤਾ ਦੇ ਵਿਸ਼ਿਆਂ ਰੂਪ ਜ਼ਹਿਰ ਦਾ ਭੈ ਹੈ, ਉਹਨੂੰ ਤਰ ਲਿਆ ਹੈ। ਹਰ ਹਰ ਨਾਮ ਧਿਆਏ ਰਾਮ। ਜਿਸ ਨੇ ਰਾਮ ਹੈ ਭਾਈ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਬੋਹਿ ਤੜਾ ਹਰ ਚਰਨ ਅਰਾਧੇ। ਜਹਾਜ਼ ਰੂਪ ਪਰਮੇਸ਼ਰ ਦੇ ਚਰਨਾਂ ਵਾਹਿਗੁਰੂ ਨਾਮ ਨੂੰ ਅਰਾਧਿਆ ਹੈ। ਮਿਲ ਸਤਿਗੁਰ ਪਾਰ ਲੰਘਾਏ ਰਾਮ। ਰਾਮ ਹੀ ਭਾਈ ਅਤੇ ਮਲਾਹ ਰੂਪ ਸਤਿਗੁਰੂ ਸਾਹਿਬ ਜੀ ਮਿਲੇ ਨੇ, ਜਿਨ੍ਹਾਂ ਨੇ ਸਾਡੇ ਤੋਂ ਸ਼ਰਧਾ ਅਤੇ ਪ੍ਰੇਮ ਰੂਪ ਕਰਾਇਆ ਲੈ ਕੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ। ਗੁਰ ਸ਼ਬਦੀ ਤਰੀਐ ਬਹੁੜ ਨ ਮਰੀਐ। ਗੁਰੂ ਸਾਹਿਬ ਜੀ ਦੀ ਉਪਦੇਸ਼ ਦੀ ਕਮਾਈ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਕਰੀਦਾ ਹੈ, ਫਿਰ ਮੌਤ ਦੇ ਮੂੰਹ 'ਚ ਪੈ ਕੇ ਮਰੀਦਾ ਨਹੀਂ ਹੈ। ਝੂਕੈ ਆਵਣ ਜਾਣਾ। ਕਿਉਂਕਿ ਜਨਮ ਧਾਰ ਕੇ ਸੰਸਾਰ ਵਿੱਚ ਆਉਣਾ ਅਤੇ ਮਰ ਕੇ ਪਰਲੋਕ ਵਿੱਚ ਜਾਣਾ ਇਹ ਚੁੱਕਿਆ ਜਾਂਦਾ, ਭਾਵ ਦੂਰ ਹੋ ਜਾਂਦਾ ਹੈ। ਜੋ ਕਿਛ ਕਰੈ ਸੋਈ ਭਲ ਮੰਨਿ। ਇਸ ਲਈ हे ਭਾਈ ਉਹ ਪਰਮੇਸ਼ਰ ਜੋ ਕੁਝ ਵੀ ਕਰਦਾ ਹੈ ਉਹੀ ਭਲਾ ਚੰਗਾ ਕਰਕੇ ਮੰਨਣਾ ਕਰੋ। ਤਾਂ ਮਨ ਸਹਿਜ ਸਮਾਣਾ। ਤਦੋਂ ਜਿਹੜਾ ਮਨ ਹਿਰਦਾ ਹੈ ਉਹ ਸ਼ਾਂਤੀ ਵਿੱਚ ਸਮਾ ਜਾਵੇਗਾ, ਜਾਂ ਨਿਰਯਤਨ ਹੀ ਗਿਆਨ ਪ੍ਰਾਪਤ ਕਰਕੇ ਸਮਾ ਜਾਵੇਗਾ। ਦੁਖ ਨਾ ਭੁਖ ਨਾ ਰੋਗ ਨ ਵਿਆਪੈ। ਸੋ ਉਹਨਾਂ ਨੂੰ ਨਾ ਤਾਂ ਦੁੱਖ ਪ੍ਰਤੱਖ ਕਸ਼ਟ ਲੱਗਦੇ ਨੇ, ਨਾ ਭੁੱਖ ਲੱਗਦੀ ਹੈ, ਅਤੇ ਰੋਗ ਵੀ ਨਹੀਂ ਵਿਆਪਦੇ। ਖੰਘ ਜ਼ੁਕਾਮ ਤਾਂ ਲੱਗਾ ਹੀ ਰਹਿੰਦਾ, ਮਾੜਾ ਮੋਟਾ ਬੁਖਾਰ, ਪਰ ਮਨ ਨੂੰ ਤਾਪ ਨਹੀਂ ਚੜ੍ਹਦਾ। ਜਿਹੜਾ ਮਨ ਤਪਦਾ ਰਹਿੰਦਾ ਮਨ ਦੁਖੀ ਨਹੀਂ ਹੁੰਦਾ ਹੈ। ਸੁਖ ਸਾਗਰ ਸਰਣੀ ਪਾਏ। ਜੋ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਆਪਣੇ ਆਪ ਨੂੰ ਪਾਉਂਦੇ ਨੇ, ਪਾਉਣ ਕਰਕੇ ਅਤੇ ਉਹਨਾਂ ਨੂੰ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ। ਕੋਈ ਦੁੱਖ ਕਲੇਸ਼
ਕੋਈ ਵੀ ਭੁੱਖ ਰੋਗ ਆਦਿਕ ਨਹੀਂ ਲੱਗਦੇ। ਇਸੇ ਪ੍ਰਕਾਰ ਦੁਖਾਂ ਨ ਭੂਖਾਂ ਨ ਰੋਗ ਨ ਵਿਆਪੈ। ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ, ਆਸਾ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਅਤੇ ਅਗਿਆਨ ਹਉਮੈ ਆਦਿਕ ਦੇ ਰੋਗ ਵੀ ਨਹੀਂ ਉਹਨਾਂ ਨੂੰ ਲੱਗਦੇ। ਸੁਖ ਸਾਗਰ ਸਰਣੀ ਪਾਏ। ਜੋ ਗੁਰਾਂ ਨੇ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਦੀ ਓਟ ਵਿੱਚ ਪਾਏ ਹਨ। ਕਹਾਰ ਸਿਮਰ ਸਿਮਰ ਨਾਨਕ ਰੰਗ ਰਾਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, ਇਹ ਭਾਈ ਜੋ ਸਿਮਰਨੇ ਯੋਗ ਪਰਮੇਸ਼ਰ ਨੂੰ ਯਾਦ ਕਰ ਕਰਕੇ ਨਾਮ ਤੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਗਿਆ ਹੈ। ਮਨ ਕੀ ਚਿੰਤ ਮਿਟਾਏ। ਉਹਦੇ ਮਨ ਦੀ ਸਭ ਚਿੰਤਾ ਗੁਰੂ ਜੀ ਨੇ ਮੇਟ ਦਿੱਤੀ, ਦੂਰ ਕਰ ਦਿੱਤੀ ਹੈ। ਸੰਤ ਜਨਾ ਹਰ ਮੰਤਰ ਦ੍ਰਿੜਾਇਆ। ਸ਼ਾਂਤ ਚਿਤ ਮਹਾਤਮਾ ਜਨ ਜਾਂ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਵਸ ਕਰਨ ਲਈ ਨਾਮ ਦਾ ਮੰਤਰ ਉਪਦੇਸ਼ ਦ੍ਰਿੜ ਪ੍ਰਪੱਕ ਕਰਵਾਇਆ ਹੈ। ਹਰ ਸਾਜਨ ਵਸਗਤ ਕੀਨੇ ਰਾਮ। ਜਿਸ ਕਰਕੇ ਰਾਮ ਹੈ ਭਾਈ ਜੋ ਸੱਜਣ ਮਿੱਤਰ ਰੂਪ ਪਰਮੇਸ਼ਰ ਅਸੀਂ ਅਧੀਨ ਕਰ ਲਿਆ ਹੈ, ਜਾਂ ਆਪਣੇ ਮਨ ਨੂੰ ਅਧੀਨ ਕਰ ਲਿਆ, ਔਰ ਉਸ ਸੱਜਣ ਨੂੰ ਹਰੀ ਦੀ ਪ੍ਰਾਪਤੀ ਕਰ ਲਈ ਹੈ। ਆਪਣੜਾ ਮਨ ਅੱਗੇ ਧਰਿਆ। ਅਸੀਂ ਆਪਣਾ ਮਨ ਪਰਮੇਸ਼ਰ ਦੀ ਅੱਗੇ ਰੱਖ ਦਿੱਤਾ ਹੈ, ਭਾਵ ਆਪਣੇ ਮਨ ਦੀ ਮਤ ਛੱਡ ਦਿੱਤੀ ਹੈ। ਸਰਬ ਸੁਠਾ ਕਰ ਦੀਨੇ ਰਾਮ। ਅਤੇ ਇੰਦਰੀ ਪ੍ਰਾਣ ਤਨ ਦੇ ਧਨ ਆਦਿਕ ਸਭ ਕੁਝ ਪਰਮੇਸ਼ਰ ਨੂੰ ਦੇਣਾ ਕੀਤਾ ਹੈ। ਇਸੇ ਪ੍ਰਕਾਰ ਆਪਣੜਾ ਮਨ ਅੱਗੇ ਧਰਿਆ। ਜਿਸ ਨੇ ਆਪਣਾ ਮਨ ਪਰਮੇਸ਼ਰ ਅੱਗੇ ਅਰਪਣ ਕਰ ਦਿੱਤਾ, ਧਰ ਦਿੱਤਾ ਹੈ, ਸਰਬ ਸੁਠਾ ਕੁਰ ਦੀਨੇ ਰਾਮ। ਉਸ ਨੂੰ ਪਰਮੇਸ਼ਰ ਨੇ ਆਪਣਾ ਸਰਬੰਸ ਸਾ ਭਾਵ ਸਭ ਕੁਛ ਗਿਆਨ ਭਗਤੀ ਪ੍ਰੇਮ ਆਦਿਕ ਦੇ ਦਿੱਤਾ, ਜਾਂ ਸਾਰੇ ਸੁੱਖ ਦੇ ਦਿੱਤੇ ਹਨ। ਕਰ ਆਪਣੀ ਦਾਸੀ ਮਿਟੀ ਉਦਾਸੀ। ਸਾਡੀ ਚਿੱਤ ਦੀ ਬਿਰਤੀ ਨੂੰ ਪਰਮੇਸ਼ਰ ਨੇ ਆਪਣੀ ਦਾਸੀ ਕਰ ਲਿਆ ਹਿਰਦੇ ਕਰਕੇ। ਸੋ ਅਸੀਂ ਮਹਾਰਾਜ ਜੀ ਦੇ ਦਾਸ ਬਣ ਗਏ ਹਾਂ। ਟਹਿਲ ਮਹਿਲ ਤਾਕੋ ਮਿਲੇ ਜਾਕੋ ਸਾਧ ਕਿਰਪਾਲ। ਜਿਹਦੇ ਤੇ ਸਾਧ ਗੁਰੂ ਨਾਨਕ ਸਾਹਿਬ ਜੀ ਕਿਰਪਾਲੂ ਹੁੰਦੇ ਨੇ, ਉਹਨਾਂ ਨੂੰ ਹੀ ਵਾਹਿਗੁਰੂ ਗੁਰੂ ਘਰ ਦੀ ਸੰਗਤਾਂ ਦੀ ਟਹਿਲ ਪ੍ਰਾਪਤ ਹੋ ਕੇ ਤੇ ਮਹਿਲ ਸਰੂਪ ਰੂਪੀ ਮਹੱਲ ਦੀ ਜਾਂ ਸੰਗਤ ਰੂ ਮਹਿਲ ਦੀ ਪ੍ਰਾਪਤੀ ਹੁੰਦੀ ਹੈ। ਸੋ ਵਿਛੋੜੇ ਕਰਕੇ ਜੋ ਉਦਾਸੀਨਤਾ ਨਿਰਾਸ਼ਤਾ ਹੋਈ ਸੀ, ਉਹ ਨਿਵਰਤ ਹੋ ਗਈ ਹੈ। ਹਰ ਮੰਦਰ ਥਿਤ ਪਾਈ। ਹੁਣ ਹਰੀ ਪਰਮੇਸ਼ਰ ਦੇ ਸਰੂਪ ਰੂਪੀ ਮੰਦਰ ਵਿੱਚ ਅਸਥਿਤੀ ਪਾਈ ਹੈ। ਜਾਂ ਪਾਸ਼ਾ ਫਰਮਾਉਂਦੇ ਨੇ, ਹਰ ਮੰਦਰ ਥਿਤ ਪਾਈ। ਸਾਧ ਸੰਗਤ ਰੂਪੀ ਮੰਦਰ, ਸਰੀਰ ਰੂਪੀ ਮੰਦਰ ਵਿੱਚ ਸਥਿਤੀ ਪਾਈ ਹੈ। ਜਾਂ ਹਰੀ ਨੇ ਸਾਡੇ ਹਿਰਦੇ ਰੂਪ ਮੰਦਰ ਵਿੱਚ ਅਸਥਿਤੀ ਪਾਈ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਿਹੜਾ ਸਰੀਰ ਹੈ, ਇਹ ਸੱਚੇ ਨੇ ਆਪ ਦੇ ਰਹਿਣ ਵਾਸਤੇ ਕੋਠੜੀ ਬਣਾਈ ਹੈ। ਇਸ ਵਿੱਚ ਹਰੀ ਸੱਚੇ ਅਕਾਲ ਪੁਰਖ ਦਾ ਨਿਵਾਸ ਹੈ। ਹਰ ਮੰਦਰ ਇਹੋ ਸਰੀਰ ਹੈ। ਇਹ ਸਰੀਰ ਹੀ ਹਰ ਮੰਦਰ ਹੈ ਜੋ ਮਹਾਰਾਜ ਆਪਣੇ ਰਹਿਣ ਵਾਸਤੇ ਬਣਾਇਆ। ਪਰ ਅਸੀਂ ਮੂਰਖਾਂ ਨੇ ਸ਼ਰਾਬਾਂ ਪੀ ਕੇ, ਬੀੜੀਆਂ ਸਿਗਰਟਾਂ ਨਸ਼ੇ ਪੱਤੇ ਵਰਤ ਕੇ ਇਹਨੂੰ ਗੰਦਾ ਕਰ ਸੁੱਟਿਆ, ਜਿਸ ਕਿ ਮਹਾਰਾਜ ਖਫੇ ਹੋ ਕੇ ਕੁੱਤਿਆਂ ਬਿੱਲਿਆਂ ਦੀਆਂ ਜੂਨਾਂ ਸੁੱਟ ਦਿੰਦਾ ਵੀ ਜਾਓ। ਸੋ ਇਹ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਈ ਹੈ।
ਹਣ ਦੇ ਵਿਨੋਦ ਸਿਮਰੋ ਪ੍ਰਭ ਸਾਚਾ। ਇਹ ਭਾਈ ਇਹ ਸਰੀਰ ਨੂੰ ਪਾ ਕੇ ਜੋ ਆਨੰਦਦਾਇਕ ਚੋਜਾਂ ਨੂੰ ਕਰਨੇ ਵਾਲਾ ਸੱਚਾ ਪ੍ਰਭੂ ਪਰਮੇਸ਼ਰ ਹੈ, ਉਹਨੂੰ ਸਿਮਰਨਾ ਕਰੋ। ਵਿਛੜ ਕਬਹੂ ਨਾ ਜਾਈ, ਉਹ ਕਦੇ ਵੀ ਜੁਦਾ ਹੋ ਕੇ ਕਿਤੇ ਨਹੀਂ ਜਾਂਦਾ। ਸਾਵਡ ਭਾਗਣ ਸਦਾ ਸੁਹਾਗਣ, ਉਹੀ ਜੀਵ ਰੂਪ ਇਸਤਰੀ ਵੱਡੇ ਭਾਗਾਂ ਵਾਲੀ ਹੈ ਅਤੇ ਸਦਾ ਹੀ ਸੁਹਾਗਵੰਤੀ ਆਨੰਦ ਦੇ ਸਮੇਤ ਹੈ। ਰਾਮ ਨਾਮ ਗੁਣ ਚੀਨੇ, ਜਿਸ ਨੇ ਰਾਮ ਪਰਮੇਸ਼ਰ ਦਾ ਨਾਮ ਜਪਿਆ ਔਰ ਉਸ ਦੇ ਗੁਣ ਪਹਿਚਾਣੇ ਹਨ। ਕਹੋ ਨਾਨਕ ਰਵੈ ਰੰਗ ਰਾਤੇ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਪਰਮੇਸ਼ਰ ਨੂੰ ਉਚਾਰਦੇ ਹਨ। ਪ੍ਰੇਮ ਮਹਾਰਸ ਪੀਨੇ, ਉਹ ਵੱਡੇ ਆਨੰਦ ਪਾ ਬ੍ਰਹਮਾਨੰਦ ਦੇ ਪ੍ਰੇਮ ਰਸ ਵਿੱਚ ਭਿੱਜੇ ਰਹਿੰਦੇ ਨੇ। ਆਨੰਦ ਬਿਨੋਦ ਭਈ ਨਿਤ ਸਖੀਏ, ਇਸੇ ਲਈ ਪਰਮੇਸ਼ਰ ਦੀ ਆਨੰਦਦਾਇਕ ਚੋਜ ਨਿਤਾ ਪ੍ਰਤੀ ਪ੍ਰਾਪਤ ਹੋਏ ਹਨ। ਇਸੇ ਪ੍ਰਕਾਰ ਆਨੰਦ ਬਿਨੋਦ ਭਈ ਨਿਤ ਸਖੀਏ, ਸਰਵਣਾਨੰਦ ਦਰਸ਼ਨਾਨੰਦ ਦੇ ਕੌਤਕ ਪ੍ਰਾਪਤ ਹੋਏ ਹਨ। ਇਹ ਮਹਾਤਮਾ ਰੂਪ ਸਹੇਲਿਓ, ਮੰਗਲ ਸਦਾ ਹਮਾਰਾ ਰਾਮ, ਇਹ ਰਾਮ ਸਾਡੇ ਹਿਰਦੇ ਵਿੱਚ ਵੀ ਹਮੇਸ਼ਾ ਖੁਸ਼ੀਆਂ ਵਜਾਈਆਂ ਹਨ। ਆਪਨੜੇ ਪ੍ਰਭ ਆਪ ਸਿਗਾਰੀ, ਜੋ ਆਪਣੇ ਪਰਮੇਸ਼ਰ ਨੇ ਸ਼ੁਭ ਗੁਣਾਂ ਦੇ ਸਹਿਤ ਆਪ ਹੀ ਸ਼ਿੰਗਾਰਨਾ ਭਾਵ ਸਜਾਉਣਾ ਕੀਤੀ ਹੈ। ਸੋਭਾਵੰਤੀ ਨਾਰੇ ਰਾਮ, ਰਾਮ ਹੀ ਭਾਈ ਉਹ ਮਹਾਤਮਾ ਰੂਪ ਇਸਤਰੀ ਸੋਭਾ ਵਾਲੀ ਹੈ। ਸਹਿਜ ਸੁਭਾਏ ਭਈ ਕਿਰਪਾਲਾ, ਜਦੋਂ ਸੁਤੇ ਸਿੱਧ ਸੁਭਾਵਕ ਹੀ ਕਿਰਪਾਲੂ ਹੋਏ। ਗੁਣ ਅਵਗਣ ਨਾ ਵਿਚਾਰਿਆ, ਤਦੋਂ ਆਪਣੇ ਸੇਵਕਾਂ ਦਾ ਗੁਣ ਅਤੇ ਗੁਣਾ ਆਦਿਕ ਕੋਈ ਵੀ ਵਾਹਿਗੁਰੂ ਨੇ ਨਹੀਂ ਵਿਚਾਰਿਆ। ਕੰਠ ਲਗਾਏ ਲੀਨੇ ਜਨ ਆਪਣੇ, ਕੰਠ ਲਗਾਏ ਲੀਏ ਜਨ ਆਪਣੇ। ਸੋ ਜਿਨ੍ਹਾਂ ਸੇਵਕਾਂ ਨੂੰ ਮਹਾਰਾਜ ਪਰਮੇਸ਼ਰ ਨੇ ਆਪ ਦੀ ਭੇਦ ਨਿਸ਼ਚੈ ਰੂਪੀ ਕੰਠ ਨਾਲ ਲਗਾ ਲਿਆ ਹੈ, ਰਾਮ ਨਾਮ ਉਰ ਤਾਰਿਆ, ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਿਆ ਹੈ, ਵਸਾਉਣਾ ਕੀਤਾ ਹੈ। ਜਾਂ ਜਿਨ੍ਹਾਂ ਸੇਵਕਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਔਰ ਹਿਰਦੇ ਵਿੱਚ ਧਾਰਿਆ ਹੈ, ਵਸਾਇਆ ਹੈ, ਉਹ ਸੇਵਕ ਜਨ ਪਰਮੇਸ਼ਰ ਨੇ ਆਪ ਦੇ ਅਭੇਦ ਨਿਸ਼ਚੈ ਰੂਪ ਕੰਠ ਨਾਲ ਲਗਾ ਲਏ ਹਨ। ਮਾਨ ਮੋਹ ਮਦ ਸਗਲ ਵਿਆਪੀ, ਹੋਰ ਸਾਰੀ ਸ੍ਰਿਸ਼ਟੀ ਮਾਨ ਹੰਕਾਰ ਮੋਹ ਆਦਿਕ ਦੇ ਨਸ਼ੇ ਵਿੱਚ ਲੱਗੀ ਹੋਈ ਹੈ। ਕਰ ਕਿਰਪਾ ਆਪਨ ਵਾਰੇ, ਸੋ ਮੇਰੇ ਅੰਦਰੋਂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਇਹ ਵਿਕਾਰ ਨਿਵਰਤ ਕੀਤੇ ਹਨ। ਕਹੋ ਨਾਨਕ ਪੈ ਸਾਗਰ ਤਰਿਆ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਅਸੀਂ ਭੈਦਾਇਕ ਸੰਸਾਰ ਸਮੁੰਦਰ ਨੂੰ ਤਰਿਆ ਹੈ। ਪੂਰਨ ਕਾਜ ਹਮਾਰੇ, ਸਾਡੇ ਵਿਵੇਕ ਮੁਕਤੀ ਆਦਿਕ ਦੇ ਸਾਰੇ ਕੰਮ ਪੂਰੇ ਹੋ ਗਏ ਹਨ। ਦੁਨੀਆ ਦੇ ਦੁਨਿਆਵੀ ਕੰਮ ਹੀ ਸੰਪੂਰਨ ਹੋ ਗਏ। ਜਨ ਕੇ ਪੂਰਨ ਹੋਏ ਕਾਮ, ਤੇ ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰੱਖੀ ਰਾਮ। ਇਹ ਕਲਯੁਗ ਦੇ ਭਿਆਨਕ ਸੋ ਜ਼ਹਿਰੀਲੇ ਭਰੇ ਸਮੇਂ ਵਿੱਚ ਰਾਮ ਨੇ ਸਾਡੀ ਲੱਜਾ ਰੱਖੀ ਹੈ। ਗੁਣ ਗੋਪਾਲ ਗਾਵੋ ਨਿਤ ਸਖੀ ਹੋ, ਏ ਸਹੇਲਿਓ
ਪਰਮੇਸ਼ਰ ਦੇ ਗੁਣਾਂ ਨੂੰ ਨਿਤ ਪ੍ਰਤੀ ਗਾਵੋ। ਸਗਲ ਮਨੋਰਥ ਪਾਏ RAM। ਰਾਮ ਹੀ ਪਾਈ ਫਿਰ ਸਾਰੀ ਮਨਸ਼ਤ ਸੰਕਲਪ ਪਾ ਲਵੋਗੇ। ਸਫਲ ਜਨਮ ਹੋਆ ਮਿਲ ਸਾਧੂ। ਸੋ ਸਾਧੂ ਸਾਧ ਸ੍ਰੇਸ਼ਟ ਗੁਰਮੁਖ ਜਨਾਂ ਦੀ ਸੰਗਤ ਵਿੱਚ ਜਦੋਂ ਦੇ ਮਿਲੇ ਆ, ਸਾਡਾ ਇਹ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲ ਦੇ ਪ੍ਰਮਾਣਿਕ ਹੋਇਆ ਹੈ। ਏਕ ਓੰਕਾਰ ਧਿਆਏ RAM। ਰਾਮ ਹੈ ਭਾਈ, ਇੱਕ ਪਰਮੇਸ਼ਰ ਨੂੰ ਧਿਆਉਣਾ ਆਰਾਧਨਾ ਕੀਤਾ ਹੈ। ਗੁਰਮੁਖ ਜਨਾਂ ਦੀ ਸੰਗਤ 'ਚ ਮਿਲੇ ਆ, ਜਿਸ ਕਰਕੇ ਸਾਡਾ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲ ਦੇ ਹੋਇਆ ਹੈ। ਜਾਪਾ ਏਕ ਪ੍ਰਭੂ ਅਨੇਕ ਰਵਿਆ। ਅਦਵੈਸੁਰ ਪਰਮੇਸ਼ਰ ਨੂੰ ਜਪਣਾ ਕਰ ਰਹੇ ਗੁਰਮੁਖ, ਜੋ ਬੇਅੰਤ ਜੀਵਾਂ ਦੇ ਵਿੱਚ ਵਿਆਪਕ ਹੈ। ਸਰਬ ਮੰਡਲ ਛਾਇਆ। ਅਤੇ ਸਾਰੇ ਮੰਡਲਾਂ ਦੇ ਵਿੱਚ ਫੈਲਿਆ ਭਾਵ ਪੂਰਨ ਹੋ ਰਿਹਾ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ। ਇਹ ਸਭ ਸੰਸਾਰ ਪਰਮੇਸ਼ਰ ਦਾ ਹੀ ਫੈਲਾ ਹੈ ਅਤੇ ਇਸ ਵਿੱਚ ਬ੍ਰਹਮ ਪਰਮੇਸ਼ਰ ਆਪ ਹੀ ਫੈਲਿਆ ਹੋਇਆ ਹੈ। ਸਭ ਬ੍ਰਹਮ ਦ੍ਰਿਸ਼ਟੀ ਆਇਆ। ਗੁਰਮੁਖ ਜਨਾਂ ਨੂੰ ਸਾਰੇ ਪਰਮੇਸ਼ਰ ਹੀ ਦ੍ਰਿਸ਼ਟੀ ਨਜ਼ਰ ਵਿੱਚ ਆਇਆ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਬਸਾਰਾ ਕਰਨ ਹਰ, ਪ੍ਰਭ ਬਿਨਾ ਨਹੀਂ ਜਾਣੀਐ। ਇਸੇ ਪ੍ਰਕਾਰ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ। ਤਤ ਤੁਅੰਗ ਦੇ ਲੱਖ ਰੂਪ ਪਰਮੇਸ਼ਰ ਦਾ ਸਾਰਾ ਪਸਾਰਾ ਹੈ। ਉਹ ਆਪ ਹੀ ਮਾਇਆ ਸਬਲ ਹੋ ਕੇ ਸਾਰੇ ਆਪ ਹੀ ਫੈਲਿਆ ਹੋਇਆ ਹੈ। ਸਭ ਬ੍ਰਹਮ ਦ੍ਰਿਸ਼ਟੀ ਆਇਆ। ਅਤੇ ਬ੍ਰਹਮ ਵੇਦੀ ਦੀ ਦ੍ਰਿਸ਼ਟੀ ਵਿੱਚ ਸਾਰੇ ਬ੍ਰਹਮ ਹੀ ਵਿਆਪਕ ਨਜ਼ਰੀ ਆਇਆ, ਦੇਸ ਆਇਆ ਹੈ। ਜਲ ਥਲ ਮਹੀਅਲ ਪੂਰ ਪੂਰਨ। ਪਾਣੀ ਵਾਲੀਆਂ ਜਗ੍ਹਾ, ਥਲ ਖੁਸ਼ਕ ਜਗ੍ਹਾ, ਮਹੀ ਇਹਨਾਂ ਦੇ ਵਿੱਚ ਮਹੀਅਲ ਜਾਂ ਮਹੀ ਪ੍ਰਿਥਵੀ ਅਲ ਆਕਾਸ਼ ਆਦਿਕ ਸਭ ਤਾਈਂ ਪੂਰਨ ਪਰਮੇਸ਼ਰ ਰਮਿਆ ਹੋਇਆ ਪੂਰਿਆ ਹੋਇਆ ਹੈ। ਤੈਸ ਬਿਨਾ ਨਹੀਂ ਜਾਏ। ਇਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਜਗ੍ਹਾ ਨਹੀਂ ਹੈ। ਵੇਖ ਦਰਸ਼ਨ ਨਾਨਕ ਬਿਗਸੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਉਸ ਪਰਮੇਸ਼ਰ ਦੇ ਦਰਸ਼ਨ ਦੀਦਾਰ ਵੇਖ ਕੇ ਅਸੀਂ ਆਨੰਦ ਪ੍ਰਸੰਨ ਹੋਏ ਹਾਂ। ਆਪ ਲਈ ਮਿਲਾਏ। ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਦੇ ਨਾਲ ਮਿਲਾ ਲਏ ਹਨ ਗੁਰਮੁਖ। ਸੂਹੀ ਮਹੱਲਾ ਪੰਜਵਾ। ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੱਚਖੰਡ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨੰਦੇੜ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਉਸ ਸਮੇਂ ਇਸੇ ਸ਼ਬਦ ਦਾ ਮੁੱਖ ਵਾਕ ਆਇਆ ਸੀ ਅਤੇ ਸ਼ਬਦ ਵਿੱਚ ਅਬਚਲ ਨਗਰ ਪਦ ਹੋਣ ਤੋਂ ਹੀ ਸੱਚਖੰਡ ਹਜੂਰ ਸਾਹਿਬ ਦਾ ਨਾਮ ਅਬਚਲ ਰੱਖਿਆ ਗਿਆ। ਸੋ ਜਦ ਵੀ ਹਜੂਰ ਸਾਹਿਬ ਦਾ ਨਾਮ ਲਈਦਾ ਤਾਂ ਉਸ ਵਕਤ ਅਬਚਲ ਨਗਰ ਪਹਿਲਾਂ ਕਹੀਦਾ, ਸੱਚਖੰਡ ਬਾਅਦ ਵਿੱਚ ਅਬਚਲ ਨਗਰ, ਸੱਚਖੰਡ ਸ੍ਰੀ ਹਜੂਰ ਸਾਹਿਬ, ਫਿਰ ਨਾਂਦੇੜ ਸ਼ਹਿਰ ਦਾ ਨਾਮ ਹੈ ਅਤੇ ਮਹਾਰਾਸ਼ਟਰ ਸਟੇਟ, ਇਉਂ ਸੰਪੂਰਨ ਨਾਮ ਹੋਇਆ ਅਬਚਲ ਨਗਰ, ਸੱਚਖੰਡ ਸ੍ਰੀ ਹਜੂਰ ਸਾਹਿਬ, ਨਾਂਦੇੜ, ਮਹਾਰਾਸ਼ਟਰ। ਇਹ ਪਾਵਨ ਸ਼ਬਦ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸ਼ਹਿਰ ਬਾਰੇ, ਅੰਮ੍ਰਿਤ ਸਰੋਵਰ ਬਾਰੇ ਅਤੇ ਸਤਸੰਗਤ ਦੀ ਮਹਿਮਾ ਕਥਨ ਕਰਦੇ ਇੰਜ ਬਖਸ਼ਿਸ਼ ਕਰ ਰਹੇ ਹਨ। ਅਬਚਲ ਨਗਰ ਗੋਬਿੰਦ ਗੁਰੂ ਕਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਵੇਖੋ ਗੁਰੂ ਗੋਬਿੰਦ ਸਿੰਘ ਦਾ ਹੀ ਨਾਮ ਆਇਆ ਹੈ। ਤੇ ਅਬਚਲ ਨਗਰ ਹਜ਼ੂਰ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਨੇ ਵਸਾਇਆ। ਤੇ ਗੁਰੂ ਗੋਬਿੰਦ ਸਿੰਘ ਨੇ ਹੀ ਦਰਬਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਰਚਿਆ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜੋਤ ਜਿਹੜੀ 10 ਪਾਤਸ਼ਾਹੀਆਂ ਵਾਲੀ ਉਹ ਗੁਰੂ ਗ੍ਰੰਥ ਸਾਹਿਬ 'ਚ ਰੱਖ ਕੇ ਗੁਰਤਾਗਦੀ ਦੇ ਕੇ ਮੱਥਾ ਟੇਕਿਆ। ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਇਸੇ ਲਈ ਸੰਪੂਰਨ ਨੇ। ਆਪਾਂ ਕਹਿੰਦੇ ਬੋਲਦੇ ਨਹੀਂ, ਬੋਲਦੇ ਕਿਉਂ ਨਹੀਂ? ਆ ਬੋਲ ਕੇ ਤਾਂ ਦੱਸ ਰਹੇ ਨੇ ਹੁਕਮਨਾਮਾ ਕਿ ਗੁਰੂ ਗੋਬਿੰਦ ਸਿੰਘ ਦਾ ਇਹ ਅਬਚਲ ਨਗਰ ਹੈ। ਸਾਧ ਸੰਗਤ ਜੀਓ, ਜਿਹੜਾ ਹਜ਼ੂਰ ਸਾਹਿਬ ਹੈ, ਨਾਮ ਜਪਤ ਸੁਖ ਪਾਇਆ ਰਾਮ। ਇਹਦੇ ਹਜ਼ੂਰ ਸਾਹਿਬ ਦੇ ਵਿੱਚ ਤੁਸੀਂ ਨਾਮ ਜਪੋਗੇ ਤਾਂ ਨਾਮ ਜਪ ਕੇ ਰਾਮ ਹੈ ਭਾਈ ਆਤਮਿਕ ਸੁੱਖ ਨੂੰ ਪਾ ਲਵੋਗੇ। ਵੈਸੇ ਗੁਰਦੁਆਰਿਆਂ ਦੀ ਯਾਤਰਾ ਕਰਨ ਦਾ ਇਹ ਲਾਭ ਹੈ, ਜਿਸ ਵੀ ਗੁਰਦੁਆਰੇ ਜਾਵੋ, ਭਾਵੇਂ ਐਸੇ ਗੁਰਦੁਆਰੇ ਹੀ ਆਓ, ਘੱਟੋ ਘੱਟ 5 ਵਾਰ ਤਾਂ ਮੂਲ ਮੰਤਰ ਪੜ੍ਹੋ। ਕਈ ਮੇਰੇ ਵਰਗੇ ਹੱਥ ਮਿਲਾ ਕੇ ਹਾਂਜੀ ਕੀ ਹਾਲ ਹੈ ਜੀ, ਠੀਕ ਹੈ ਜੀ, ਠਾਕ ਹੈ ਜੀ, ਐਂ ਜੀ, ਓਂ ਜੀ, ਨਿਆਣੇ ਕਿਵੇਂ ਨੇ ਜੀ, ਪੜ੍ਹਦੇ ਨੇ ਜੀ, ਐਂ ਜੀ, ਗੱਲਾਂ ਮਾਰ ਕੇ ਤੁਰ ਜਾਂਦੇ ਨੇ ਘਰ ਨੂੰ। ਮਾਫ ਕਰਨਾ, ਮੰਮੀ ਉਹਨਾਂ ਲੋਕਾਂ 'ਚ ਹੀ ਆ। ਗੁਰਦੁਆਰੇ ਆਉਣ ਦਾ ਫਾਇਦਾ ਕੀ ਹੈ? ਇੱਕ ਦੂਜੇ ਨਾਲ ਹੱਥ ਬਿਲਕੁਲ ਨਾ ਮਿਲਾਓ। ਹੁਣ ਤਾਂ ਆ ਮਹਾਂਮਾਰੀ ਦਾ ਜ਼ੋਰ ਹੈ, ਡਾਕਟਰ ਵੀ ਕਹਿੰਦੇ ਨੇ ਗੁਰਦੁਆਰੇ ਹੱਥ ਮਿਲਾਉਣਾ ਨਹੀਂ ਚਾਹੀਦਾ। ਫਿਰ ਚਰਨ ਗੰਗਾ ਦੇ ਅੰਦਰ ਕਿਸੇ ਦਾ ਹਾਲ ਨਾ ਪੁੱਛੋ। ਇੱਥੇ ਤਾਂ ਆਪਾਂ ਪਾਠ ਕਰਨ ਆਏ ਹਾਂ, ਹਾਲ ਪੁੱਛਣ ਥੋੜ੍ਹਾ ਆਏ ਹਾਂ। ਮਿਲਣਾ ਚਰਨ ਗੰਗਾ ਤੋਂ ਬਾਹਰ ਮਿਲੋ, ਸ਼ੈੱਡ ਥੱਲੇ ਮਿਲ ਪਵੋ, ਗੇਟ ਤੋਂ ਬਾਹਰ ਮਿਲ ਪਵੋ। ਜੋ ਘਰ ਦੀਆਂ ਗੱਲਾਂ ਨੇ ਇੱਥੇ ਨਹੀਂ ਮਾਰਨੀਆਂ ਚਾਹੀਦੀਆਂ। ਇੱਥੇ ਗੁਰੂ ਦੀਆਂ ਗੱਲਾਂ ਬਾਤਾਂ ਪਾਓ। ਨਹੀਂ ਕੁਛ ਆਉਂਦਾ ਤੇ ਦੂਜੇ ਤੋਂ ਸੁਣੋ। ਕਈ ਕਥਾ ਤਾਂ ਸੁਣਦੇ ਨਹੀਂ, ਆਪ ਦੀ ਕਥਾ ਸੁਣਾ ਕੇ ਚੱਲ ਜਾਂਦੇ ਨੇ। ਇੱਕ ਇੱਥੇ ਬਜ਼ੁਰਗ ਆਉਂਦੇ ਨੇ, ਮੈਨੂੰ ਮਾਫ ਕਰਨਾ, ਆਉਂਦੇ ਤਾਂ 9 ਵਜੇ ਨੇ ਤੇ ਕਈ ਵਾਰ ਮੈਂ ਉਹਨਾਂ ਦੇ ਮੱਥੇ ਲੱਗਦਾ। ਇੱਕ ਵਾਰ ਤਾਂ ਮੈਨੂੰ ਪ੍ਰਧਾਨ ਨੇ ਝਿੜਕਿਆ, ਪ੍ਰੇਮ ਸੋਹਣੇ, ਕਹਿੰਦਾ ਤੂੰ ਦੱਸਦਾ ਨਹੀਂ ਆ, ਸਾਡੇ ਤੋਂ ਵੱਡੇ ਨੇ, ਮੈਂ ਸਤਿਕਾਰ ਕਰਦਾ, ਅਫਸਰ ਰਿਟਾਇਰ ਹੋਏ ਨੇ, ਗੁਰਮੁਖਾਂ ਨੂੰ ਫਤਿਹ ਹੀ ਬੁਲਾਈ ਦੀ ਹੈ, ਨਿਮਰਤਾ ਨਾਲ ਸੀਸ ਝੁਕਾਈ ਦਾ। ਉਹਦੇ ਸਾਹਮਣੇ ਉਹਨਾਂ ਪੁੱਛ ਲਿਆ, ਕਹਿੰਦੇ ਜਿੱਥੇ ਕਥਾ ਨਹੀਂ ਹੁੰਦੀ ਤੇ ਹੋਣੀ ਚਾਹੀਦੀ ਹੈ। ਮੈਂ ਕਿਹਾ ਜੀ ਹਾਂ, ਹੋਣੀ ਤਾਂ ਚਾਹੀਦੀ ਹੈ, ਪਰ ਹੁਣ ਕਰੀਏ ਕੀ? ਕਹਿੰਦੇ ਕਥਾ ਕਰਿਆ ਕਰੋ। ਮੈਂ ਕਿਹਾ ਜੀ 7 ਵਜਣ। ਉਹ ਪ੍ਰੇਮ ਸੁਣ ਰਿਹਾ ਸੀ ਦਫ਼ਤਰ ਦੇ ਸਾਹਮਣੇ, ਕਹਿੰਦੇ ਤੂੰ ਦੱਸਦਾ ਨਹੀਂ ਵੀ ਕਥਾ ਤਾਂ ਹੋ ਗਈ, ਸਮਾਪਤ ਵੀ ਹੋ ਗਈ। ਮੈਂ ਕਿਹਾ ਵੀ ਹੁਣ ਕੌਣ ਮੱਥਾ ਮਾਰੇ? 5 ਮਿੰਟ ਨੇ, ਅਖਬਾਰ ਪੜ੍ਹ ਕੇ ਆਪਾਂ ਘਰ ਨੂੰ ਜਾਣਾ। ਤੇ ਇਸ ਵਾਸਤੇ ਐਵੇਂ ਮੱਥਾ ਮਾਰਨ ਦਾ ਕੋਈ ਲਾਭ ਨਹੀਂ। ਮਤਲਬ ਆਪਾਂ ਆਉਂਦੇ 10 ਵਜੇ ਆ ਤੇ ਆ ਕੇ ਪੁੱਛਦੇ ਹਾਂ ਵੀ ਆਹ ਨਹੀਂ ਹੋਇਆ, ਉਹ ਨਹੀਂ ਹੋਇਆ। ਤੋ ਇਸ ਵਾਸਤੇ ਆਪ ਦੀ ਕਥਾ ਸੁਣਾ ਕੇ ਤੁਰ ਜਾਣਾ ਤੇ ਗੁਰੂ ਘਰ ਦਾ ਪ੍ਰੋਗਰਾਮ ਅਟੈਂਡ ਨਹੀਂ ਕਰਨਾ। ਜੋ ਕਥਾ ਦੇ ਵਿੱਚ, ਕੀਰਤਨ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਮੰਨ ਲਓ ਮੈਂ ਵੀ ਆਇਆ, ਹੁਕਮਨਾਮਾ ਪੜ੍ਹਿਆ ਹੀ ਨਹੀਂ ਤੇ ਆਪਾਂ ਸਵਾਲ ਕਰਦੇ ਹਾਂ ਵੀ ਆਹ ਸਵਾਲ ਕਿੰਝ ਹੈ ਜੀ, ਉਹ ਕਿੰਝ ਹੈ ਜੀ, ਸੁਣਦੇ ਹੈ ਨਹੀਂ। ਉਹੀ ਗੱਲਾਂ ਬਾਤਾਂ ਮਹਾਰਾਜ ਕਥਾ ਕੀਰਤਨ 'ਚ ਸਾਨੂੰ ਬਖਸ਼ਿਸ਼ ਕਰਦੇ ਨੇ ਤੇ ਜਦ ਪ੍ਰੋਗਰਾਮ ਹੋ ਰਿਹਾ ਉਦੋਂ ਆਪਾਂ ਸੁਣਿਆ ਨਹੀਂ, ਅੱਗੋਂ ਪਿੱਛੋਂ ਆਪਾਂ ਸਵਾਲ ਕਰਦੇ ਹਾਂ। ਸਵਾਲ ਉਹੀ ਨੇ, ਕਾਮਨ ਜਿਹੀ, ਬਿਲਕੁਲ ਨਾਰਮਲ ਜਿਹੀ। ਤੇ ਇਸ ਵਾਸਤੇ ਗੁਰਦੁਆਰੇ ਆਉਣ ਦਾ ਕੋਈ ਫਾਇਦਾ ਨਹੀਂ। ਜੇ ਆਪਦੀਆਂ ਬਾਤਾਂ, ਆਪਦੀ ਕਥਾ ਸੁਣਾ ਕੇ ਤੁਰ ਗਏ, ਇੱਥੇ ਤਾਂ ਜੋ ਕੁਝ ਹੁੰਦਾ ਉਹ ਸੁਣੀਦਾ ਹੈ, ਆਪ ਦਾ ਨਹੀਂ ਸੁਣਾਈਦਾ। ਜੇ ਸੁਣਾਂਗੇ ਤਾਂ ਕੁਛ ਸਾਡੇ ਪੱਲੇ ਪਊਗਾ। ਸਾਨੂੰ ਤਾਂ ਸਾਰਾ ਕੁਛ ਆਉਂਦਾ ਹੀ ਹੈ। ਤੋ ਜੇ ਅਸੀਂ ਆਪ ਦਾ ਹੀ ਸੁਣਾ ਲਿਆ ਫਿਰ ਆਪਾਂ ਨੂੰ ਪ੍ਰਾਪਤ ਕੀ ਹੋਊਗਾ? ਤੋ ਇਸ ਲਈ ਘੱਟ ਤੋਂ ਘੱਟ 5 ਵਾਰ ਮੂਲ ਮੰਤਰ ਪੜ੍ਹੋ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕੋ ਤੇ ਚੌਂਕੜਾ ਮਾਰ ਕੇ ਬੈਠ ਕੇ 5 ਵਾਰ ਮੂਲ ਮੰਤਰ ਪੜ੍ਹੋ। ਜੇ ਸਮਾਂ ਹੈ, ਗੁਰੂ ਸਾਹਿਬ ਦੀ ਕਿਰਪਾ ਹੈ ਤਾਂ ਜਪਜੀ ਸਾਹਿਬ ਦਾ ਨਿਤਨੇਮ ਕਰੀਏ। ਜੇ ਮਹਾਰਾਜ ਦੀ ਹੋਰ ਕਿਰਪਾ ਹੈ, ਸਮਾਂ ਹੈ ਤਾਂ 5 ਬਾਣੀਆਂ ਦਾ ਪਾਠ ਕਰੀਏ।
कई सुखमनी साहिब तो पढ़ी जाते ने, 5 बाणियाँ पढ़ते ही नहीं। है तो सुखमनी साहिब भी बाणी आ, ते पर कई संत बाबे सुखमनी साहिब ते जोर देंदे ने। जिहड़ा जपजी साहिब पहली बाणी है, जाप साहिब बाणी है, वो बारे किसी को पता ही नहीं भी नितनेम भी करीदा। ਜਾਂ ਸਹਿਜ ਪਾਠ 'ਤੇ ਜ਼ੋਰ ਦੇਣਗੇ ਵੀ ਸਹਿਜ ਪਾਠ ਦਾ ਨਿਤਨੇਮ ਕਰੋ, ਜਪਜੀ ਸਾਹਿਬ ਪੜ੍ਹਿਆ ਹੀ ਨਹੀਂ। ਮਹਾਰਾਜ ਦੇ ਚਰਨੀ ਲੱਗੋ। ਤੋ ਇੰਜ ਨਿਤਨੇਮ ਕੰਪਲਸਰੀ ਹੈ। ਭਾਵੇਂ ਘਰੋਂ ਆਈਏ ਅਤੇ ਘਰੋਂ ਕਰਕੇ ਆ ਕੇ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ, ਉਹ ਵੀ ਸਮਾਂ ਸਫਲਾ ਹੈ। ਭਾਵੇਂ ਛੋਟਾ ਜਿਹਾ ਹੁਕਮਨਾਮਾ ਹੀ ਸੁਣੀਏ ਪਰ ਹਾਜ਼ਰੀ ਜ਼ਰੂਰ ਲਵਾਈਏ। ਇਹ ਗੁਰੂ ਘਰਾਂ ਦੀ ਯਾਤਰਾ ਦੇ ਲਾਭ ਹੈ। ਬਿਪੌਰ ਸਾਹਿਬ ਗੁਰੂ ਮਹਾਰਾਜ ਨੇ ਸ੍ਰੀ ਚੌਪਈ ਸਾਹਿਬ ਉਚਾਰਿਆ, ਉੱਥੇ 25 ਪਾਠ ਚੌਪਈ ਸਾਹਿਬ ਦੇ ਕਰੀਏ। ਏਡੀ ਵੱਡੀ ਪਹਾੜੀ 'ਤੇ ਚੜ੍ਹਨ ਦਾ ਕੀ ਫਾਇਦਾ ਜੇ ਜਾ ਕੇ 25 ਪਾਠ ਚੌਪਈ ਸਾਹਿਬ ਦੇ ਨਾ ਕੀਤੇ। ਭੱਜੇ ਭੱਜੇ ਹੇਮਕੁੰਡ ਸਾਹਿਬ ਤਾਂ ਚੜ੍ਹ ਗਏ, ਉੱਥੇ ਜਾ ਕੇ ਅਰਦਾਸ ਹੀ ਨਹੀਂ ਸੁਣੀ, ਹੁਕਮਨਾਮਾ ਹੀ ਨਹੀਂ ਸੁਣਿਆ, ਘੜੀ ਕੀਰਤਨ ਹੀ ਨਹੀਂ ਸੁਣਿਆ, ਫਿਰ ਫਾਇਦਾ ਕੀ ਹੋਇਆ। ਸਿੰਘ ਸਰੋਵਰ ਦੇ ਵਿੱਚ ਕਿੰਨਾ ਠੰਡਾ ਪਾਣੀ ਹੁੰਦਾ। ਇੱਕ ਨੇ 5 ਬਾਣੀਆਂ ਠੰਡੇ ਪਾਣੀ 'ਚ ਸਰੋਵਰ 'ਚ ਪੜ੍ਹੀਆਂ, ਇੱਕ ਨੇ ਨਾਲ ਆਸਾ ਦੀ ਵਾਰ ਵੀ ਪੜ੍ਹੀ। ਇੰਨੀ ਚੜ੍ਹਦੀ ਕਲਾ ਵਾਲੇ ਗੁਰਮੁਖ। ਅਤੇ ਮੈਨੂੰ 5 ਪਿਆਰੇ 2 ਵਾਰ ਲੈ ਕੇ ਗਏ। 5 ਪਿਆਰਿਆਂ ਦੇ ਨਾਲ ਅਖੰਡ ਪਾਠ ਸਾਹਿਬ ਦੋਵੇਂ ਵਾਰੀ ਉੱਥੇ ਹੇਮਕੁੰਟ ਸਾਹਿਬ ਹੋਇਆ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ। ਤੋ ਹਜ਼ੂਰ ਸਾਹਿਬ ਹੀ ਮਹਾਂਪੁਰਖ ਤੁਰਨ ਲੱਗਿਆ ਕਹਿੰਦੇ ਭਾਈ 25 ਪਾਠ ਡੇਲੀ ਜਪਜੀ ਸਾਹਿਬ ਦੇ ਕਰਨੇ ਨੇ ਹਰ ਰੋਜ਼। ਐਡੀ ਦੂਰ ਭੱਜੇ ਭੱਜੇ ਜਾਓ, 2 ਰਾਤਾਂ ਭੰਨੋ, 3 ਦਿਨ ਭੰਨੋ ਜਾਣ ਦੇ, 3 ਦਿਨ ਭੰਨੋ ਆਉਣ ਦੇ। ਜਾ ਕੇ ਕੁਝ ਸੁਣਿਆ ਹੀ ਨਹੀਂ, ਕੁਛ ਪੜ੍ਹਿਆ ਹੀ ਨਹੀਂ। ਭੱਜੇ ਭੱਜੇ ਗਏ ਅਤੇ ਭੱਜੇ ਭੱਜੇ ਆ ਗਏ। ਦਰਬਾਰ ਸਾਹਿਬ ਵੀ ਇਸੇ ਤਰ੍ਹਾਂ ਹੀ ਆ। 4 ਘੰਟੇ ਜਾਣ ਦੇ, 4 ਘੰਟੇ ਆਉਣ ਅੰਮ੍ਰਿਤਸਰ। 8 ਘੰਟਿਆਂ ਦੀ ਡਰਾਈਵ ਕੀਤੀ ਅਤੇ ਜਪਜੀ ਸਾਹਿਬ ਉੱਥੇ ਪੜ੍ਹਿਆ ਹੀ ਨਹੀਂ। ਜਾਂਦਿਆਂ ਹੀ ਕਮਰਾ ਦਿਓ ਜੀ। ਕਈ ਇੱਥੋਂ ਹੀ ਪੁੱਛਣ ਲੱਗ ਪੈਂਦੇ ਨੇ ਬਾਬਾ ਜੀ ਕਮਰਾ ਮਿਲ ਜੂਗਾ। ਮੈਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਤਾਂ ਕਮਰਾ ਮਿਲ ਗਿਆ ਫਿਰ ਤਾਂ ਬੇੜਾ ਬਹਿ ਗਿਆ। ਸਗੋਂ ਕਮਰਾ ਨਹੀਂ ਮਿਲਣਾ ਚਾਹੀਦਾ। ਗੁਰਦੁਆਰੇ ਕਮਰੇ ਦਾ ਕੀ ਕੰਮ ਹੋਇਆ? ਉੱਥੇ ਸੌਣ ਥੋੜ੍ਹੋ ਗਏ ਆ। ਆਖੇ ਜੀ ਏਸੀ ਵਾਲਾ ਕਮਰਾ 500 ਰੁਪਈਏ ਦਾ, ਗੀਜ਼ਰ ਵਾਲਾ 500 ਦਾ, ਬਾਕੀ 300 ਦਾ। ਜਾ ਕੇ ਉੱਥੇ ਸੌਂ ਜਾਈਦਾ, ਦਿਨ ਚੜ੍ਹੇ ਉੱਠੀਦਾ। ਕੋਈ ਫਾਇਦਾ ਤਾਂ ਨਾ ਹੋਇਆ ਗੁਰਦੁਆਰੇ ਜਾਣ ਦਾ। ਉਹ ਤਾਂ ਘਰ ਹੀ ਬੰਦਾ ਫਿਰ ਸੁੱਤਾ ਰਹੇ। 100ਵਾਂ ਪਰਿਕਰਮਾ ਦੇ ਵਿੱਚ ਨਹੀਂ ਜਾਗ ਆਈ ਅਤੇ 3 ਵਜੇ ਬਾਲਟੀ ਪਾਣੀ ਦੀ ਅਗਲੇ ਆ ਕੇ ਮਾਰਦੇ ਨੇ, ਉੱਠ ਬਈ। ਸਾਰੇ ਜਦੋਂ ਕੱਪੜੇ ਗਿੱਲੇ ਹੁੰਦੇ ਬੰਦਾ ਝਾੜ ਝੂੜ ਕੇ ਵੇਂਦਾ ਗਾਂਹ ਪਿਛਾਂ ਵੀ ਇਹ ਚੰਗੇ ਬੰਦੇ ਨੇ, ਇਹ ਸੇਵਾ ਕਰਦੇ ਨੇ ਕਿ ਲੋਕਾਂ ਨੂੰ ਤੰਗ ਕਰਦੇ ਨੇ। ਉਹ ਤੰਗ ਕਰਨਾ ਬੜਾ ਵਧੀਆ ਮੈਨੂੰ ਤਾਂ ਲੱਗਦਾ। ਦਬਕਾ ਮਾਰਦੇ ਨੇ ਵੀ ਉੱਠ 3 ਵੱਜ ਗਏ ਨੇ। 3 ਵਜੇ ਤੋਂ ਬਾਅਦ ਨਹੀਂ ਕੋਈ ਉੱਥੇ ਸੌਂ ਸਕਦਾ ਪਰਿਕਰਮਾ ਦੇ ਵਿੱਚ। ਅਤੇ ਜੇ ਕਮਰਾ ਮਿਲ ਗਿਆ ਫਿਰ ਤਾਂ ਭਾਵੇਂ 7 ਵਜੇ ਵੀ ਨਾ ਉੱਠੀਏ। ਅਤੇ ਇਸ ਵਾਸਤੇ ਜੇ ਮਹਾਰਾਜ ਦੇ ਚਰਨਾਂ 'ਚ ਗਏ ਆ ਉੱਥੇ ਤਾਂ ਸਾਰੀ ਰਾਤ ਹੀ ਮੇਲਾ ਲੱਗਾ ਰਹਿੰਦਾ। 2:30 ਵਜੇ ਕੀਰਤਨ ਸ਼ੁਰੂ ਹੋ ਜਾਂਦਾ। ਬੰਦਾ ਜਾਏ ਇਸ ਹਿਸਾਬ ਦੇ ਨਾਲ ਜਾਏ ਵੀ 12 ਵਜੇ ਤੱਕ ਵਿਸ਼ਰਾਮ ਕਰੇ ਅਤੇ 12 ਵਜੇ ਤੋਂ ਬਾਅਦ ਸੌਣ ਦਾ ਮਤਲਬ ਹੀ ਕੋਈ ਨਹੀਂ। ਇਸ਼ਨਾਨ ਕਰਕੇ ਅਤੇ ਦਰਸ਼ਨੀ ਡਿਓੜੀ ਦੇ ਸਾਹਮਣੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋ ਜਾਂਦਾ। ਭੋਗ ਪੈਂਦਿਆਂ ਸਾਰੀ ਗੇਟ ਖੁੱਲ੍ਹਦਾ। ਗੇਟ ਖੁੱਲ੍ਹਦਿਆਂ ਸਾਰੀ ਕੀਰਤਨ ਸ਼ੁਰੂ ਹੋ ਜਾਂਦਾ 2:30 ਵਜੇ। ਉੱਥੇ ਬੈਠੋ, ਬਹੁਤੀ ਥਕਾਵਟ ਹੈ, 2-4 ਝੋਕਾ ਮਾਰ ਲਓ, ਪਰ ਕੀਰਤਨ 'ਚ ਤਾਂ ਬੈਠੋ। ਫਿਰ ਮਹਾਰਾਜ ਦੀ ਆਸਾ ਦੀ ਵਾਰ ਪ੍ਰਾਰੰਭ ਹੁੰਦੀ। ਫਿਰ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ। ਦਿਨੇ ਭਾਵੇਂ ਫਿਰ ਬੰਦਾ ਜਿੱਥੇ ਮਰਜ਼ੀ ਪਾਪੜ ਲਏ ਅਤੇ ਵੜੀਆਂ ਲਏ। ਅਤੇ ਜੇ ਪਾਪੜ ਵੜੀਆਂ ਲੈ ਕੇ ਘਰ ਨੂੰ ਮੁੜ ਆਏ ਫਿਰ ਕੀ ਫਾਇਦਾ ਹੋਇਆ ਅੰਮ੍ਰਿਤਸਰ ਜਾਣ ਦਾ। ਅਤੇ ਹਜ਼ੂਰ ਸਾਹਿਬੋਂ ਗਿਰੀ ਦਾ ਤੇਲ ਅਤੇ ਭੁੱਕੀ ਲੈ ਕੇ ਮੁੜ ਆਏ ਫਿਰ ਤਾਂ ਕੋਈ ਲਾਭ ਨਾ ਹੋਇਆ। ਅਤੇ ਹੇਮਕੁੰਟ ਸਾਹਿਬ ਅਤੇ ਬਸ ਉਹ ਹਨੀਮੂਨ ਮਨਾ ਕੇ ਮੁੜ ਆਏ, ਪਹਾੜਾਂ ਦੀ ਸੈਰ ਕਰਕੇ ਮੁੜ ਆਏ, ਫਿਰ ਕੋਈ ਲਾਭ ਨਹੀਂ ਹੈ। ਜੇ ਬਾਣੀ ਨਹੀਂ ਪੜ੍ਹੀ, ਪਾਠ ਨਹੀਂ ਕੀਤਾ, ਅਸੀਂ ਸਮਝਦੇ ਹਾਂ ਪਤਾ ਨਹੀਂ ਰੱਬ ਹੇਮਕੁੰਟ ਸਾਹਿਬ ਵੀ ਬੈਠਾ, ਹਜ਼ੂਰ ਸਾਹਿਬ ਵੀ ਬੈਠਾ। ਜਿਹੜੇ ਉੱਥੋਂ ਵਾਲੇ ਨੇ ਉਹ ਸਮਝਦੇ ਨੇ ਰੱਬ ਪਤਾ ਨਹੀਂ ਅੰਮ੍ਰਿਤਸਰ ਹੈ। ਤਾਂ ਜਿੱਥੇ ਰਹਿੰਦੇ ਉੱਥੇ ਕੋਈ ਸ਼ਰਧਾ ਨਹੀਂ ਹੈ।
ਆਪਾਂ ਭੱਜ ਕੇ ਦੂਰ ਜਾਂਦੇ ਹਾਂ ਅਤੇ ਭੱਜੋ ਭਜਾਈਏ ਦੇ ਚੱਕਰ 'ਚ ਸਿਰ ਘੁੰਮ ਜਾਂਦਾ, ਲੱਤਾਂ ਥੱਕ ਜਾਂਦੀਆਂ, ਫਿਰ ਬੰਦਾ ਕਾਸੇ ਜੋਗਾ ਨਹੀਂ ਰਹਿੰਦਾ। ਜਦੋਂ ਥੱਕ ਗਿਆ, ਰੋਟੀ ਚੱਜ ਨਾਲ ਨਹੀਂ ਮਿਲੀ, ਸੁੱਤਾ ਨਹੀਂ ਗਿਆ, ਫਿਰ ਕਰੂਗਾ ਕੀ? ਇਹਦੇ ਨੂੰ ਬੰਦਾ ਆਪਦੇ ਘਰ ਵੇਲੇ ਸਿਰ ਸੌਵੇਂ, ਵੇਲੇ ਸਿਰ ਉੱਠੇ ਅਤੇ ਗੁਰਦੁਆਰੇ ਆ ਕੇ ਆਪਦਾ ਨਿਤਨੇਮ ਕਰੇ। ਸੋ ਯਾਤਰਾ ਦਾ ਫਾਇਦਾ ਤਾਂ ਹੈ, ਮੇਰੇ ਕਹਿਣ ਦਾ ਮਤਲਬ ਭਈ ਜੇਕਰ ਆਪਾਂ ਜਾ ਕੇ ਕਿਸੇ ਗੁਰੂ ਘਰ ਪਾਠ ਕਰਦੇ ਹਾਂ, ਕੋਈ ਸਪੈਸ਼ਲ ਸੇਵਾ ਕਰਦੇ ਹਾਂ, ਪੈਸਾ ਤਾਂ ਦੁਨੀਆ ਕੋ ਬਥੇਰਾ, ਤੁਸੀਂ ਲੱਖ ਰੁਪਈਆ ਵੀ ਅਰਦਾਸ ਕਰਾ ਦਿਓ, ਪੈਸੇ ਨਾਲ ਥੋੜ੍ਹਾ ਰੱਬ ਖਰੀਦਿਆ ਜਾਂਦਾ। ਭਲਾ ਤਾਂ ਆਤਮਾ ਦਾ ਬਾਣੀ ਨੇ ਕਰਨਾ ਹੈ, ਪਾਠ ਨੇ ਕਰਨਾ ਹੈ। ਜੇ ਪੈਸੇ ਦੇ ਕੇ ਵੀ ਪਾਠ ਕਰਾ ਲਿਆ, ਹੁਕਮਨਾਮਾ ਵੀ ਨਹੀਂ ਸੁਣਿਆ, ਅਰਦਾਸ ਵੀ ਨਹੀਂ ਸੁਣੀ, ਫਿਰ ਵੀ ਮੇਰੇ ਖਿਆਲ ਮੁਤਾਬਕ ਤਾਂ ਕੋਈ ਇੰਨਾ ਮਾਨਸਿਕ ਸ਼ਾਂਤੀ ਦਾ ਕੋਈ ਲਾਭ ਨਹੀਂ ਹੋਵੇਗਾ। ਕਾਮਨਾ ਤੁਹਾਡੀ ਪੂਰੀ ਹੋ ਜਾਊਗੀ, ਭਾਵੇਂ ਤੁਸੀਂ ਘਰ ਬੈਠੇ ਹੋ, ਜਿੱਥੇ ਮਰਜ਼ੀ ਬੈਠੇ ਹੋ, ਗੁਰਦੁਆਰੇ ਅਰਦਾਸ ਹੋ ਗਈ, ਤੁਹਾਡੀ ਅਰਦਾਸ ਪੂਰੀ ਹੋ ਜਾਊਗੀ, ਕੰਮ ਤੁਹਾਡਾ ਨਿਪਰੇ ਚੜ੍ਹ ਜੂਗਾ। ਪਰ ਜੇ ਤੁਸੀਂ ਕਹੋ ਵੀ ਸਾਡਾ ਮਨ ਸ਼ਾਂਤ ਹੋਵੇ, ਮਾਇਆ ਵੀ ਤੁਹਾਡੀ ਸਫਲ ਹੋ ਜਾਊਗੀ, ਪਰ ਨਾ ਤਾਂ ਤੁਹਾਡੇ ਸਵਾਸ ਸਫਲੇ ਨੇ, ਨਾ ਤੁਹਾਡਾ ਸਮਾਂ ਸਫਲਾ। ਅਰਦਾਸਾਂ ਪੂਰੀਆਂ ਨੇ, ਕੰਮ ਪੂਰੇ ਨੇ, ਸਭ ਕੁਝ ਸਹੀ ਹੈ। ਜੇ ਮਨ ਦੀ ਸ਼ਾਂਤੀ ਲੈਣੀ ਹੈ, ਫਿਰ ਕੁਛ ਆਪ ਕਰਨਾ ਪਊਗਾ। ਇਹ ਜਿਹੜਾ ਗੁਰੂ ਘਰ ਦਾ ਕਾਰਜ ਹੈ, ਗੁਰਬਾਣੀ ਪੜ੍ਹਨ ਦਾ ਅਤੇ ਸੁਣਨ ਦਾ, ਇਹ ਖੁਦ ਆਪ ਹੀ ਕਰੇ ਤੋਂ ਲਾਭ ਹੁੰਦਾ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਤੋ ਇਸ ਵਾਸਤੇ ਯਾਤਰਾ ਕਰੀਏ, ਜਮ ਕਰੀਏ, ਡੇਲੀ ਕਰੀਏ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਲੋਹੇ ਲੇਤ ਹੈ। ਭਾਮਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖੈ, ਤਾਹੀਂ ਗੁਰ ਸਰਬ ਨਿਧਾਨ ਦਾਨ ਦੇਤ ਹੈ। ਮਹਾਰਾਜ ਸੋ ਜਿਹੜਾ ਚਰਨ ਚੱਲੋ ਮਾਰੂ ਗੋਬਿੰਦ, ਗੁਰੂ ਗੋਬਿੰਦ ਸਿੰਘ ਦੇ ਰਸਤੇ ਚੱਲਦਾ, ਗੁਰਦੁਆਰਿਆਂ ਦੀ ਯਾਤਰਾ ਕਰਦਾ, ਸੋ ਉਹਦੇ 'ਤੇ ਬਖਸ਼ਿਸ਼ਾਂ ਰਹਿਮਤਾਂ ਚੜ੍ਹਦੀ ਕਲਾ ਕਰਦੇ ਨੇ। ਪਰ ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਮਹਾਰਾਜ ਦੀ ਸੱਚੀ ਬਾਣੀ ਨੂੰ ਗਾਈਏ ਅਤੇ ਸੁਣੀਏ ਤਾਂ ਭਾਈ ਲਾਭ ਹੈ। ਅਬ ਚਲ ਨਗਰ ਗੋਬਿੰਦ ਗੁਰੂ ਕਾ, ਗੁਰੂ ਗੋਬਿੰਦ ਸਿੰਘ ਦਾ ਨਗਰ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1000 ਵਰ੍ਹਾ ਜਿੱਥੇ ਤਖਤ ਸਾਹਿਬ ਹੈ ਉੱਥੇ ਤਪ ਕੀਤਾ ਹੈ। 1000 ਵਰ੍ਹਾ ਜਿਸ ਤਰ੍ਹਾਂ ਸਾਧੂ ਧੂਣੀਆਂ ਤਾ ਕੇ ਤਪ ਕਰਦੇ, ਇਹ ਮਹਾਰਾਜ ਦਾ ਧੂੰਆਂ ਸੀਗਾ। ਹੇਠਾਂ ਇੱਕ ਭੋਰਾ ਸਾਹਿਬ ਹੈ, ਉੱਥੇ ਕੋਈ ਜਾਂਦਾ ਨਹੀਂ, ਦਰਵਾਜ਼ਾ ਬੰਦ ਹੈ। ਉੱਥੇ ਮਹਾਰਾਜ ਨੇ ਆਪ ਦਾ ਸਥਾਨ ਦਿਖਾਇਆ ਬਹਾਦਰ ਸ਼ਾਹ ਨੂੰ। ਉਹਦੇ ਵਿੱਚੋਂ ਫੌੜੀ ਜਿਹੜੀ ਅਰਕ ਰੱਖਣ ਵਾਲੀ, ਉਹ ਲੱਕੜ ਦੀ ਹੁੰਦੀ ਹੈ। ਇੱਕ ਕਰਮੰਡਲ ਅਤੇ ਆਸਣ ਸਾਰਾ ਗੁਰੂ ਸਾਹਿਬ ਨੇ ਧੂੰਆਂ ਲੱਗਾ ਉੱਥੇ ਦਿਖਾਇਆ ਵੀ ਆ ਵੇਖ ਭਾਈ, ਇਹ ਸਾਡੀ ਜਗ੍ਹਾ ਹੈ, ਬੜੀ ਪੁਰਾਣੀ ਜਗ੍ਹਾ ਹੈ, ਸਤਿਯੁਗ ਦੀ। ਦੁਸ਼ਟ ਦਮਨ ਦੇ ਰੂਪ ਦੇ ਵਿੱਚ ਦੈਂਤਾਂ ਨੂੰ ਮਾਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਰੱਖਿਆ ਕਰਕੇ ਅਤੇ ਉਸ ਸਥਾਨ ਦੇ ਤਖਤ ਸਾਹਿਬ ਵਾਲੇ ਸਥਾਨ ਦੇ 1000 ਵਰ੍ਹਾ ਨਾਲੇ ਤਾਂ ਮਹਾਰਾਜ ਨੇ ਤਪ ਕੀਤਾ, ਨਾਲੇ ਉੱਥੇ ਰਾਜ ਕੀਤਾ। 1000 ਵਰ੍ਹਾ ਤਪ ਕਰਨ ਤੋਂ ਬਾਅਦ ਹੀ ਵੈਰਾਗਮਨ ਹੋ ਕੇ ਹੇਮਕੁੰਟ ਸਾਹਿਬ ਦੀ ਪਹਾੜੀ ਨੂੰ ਚੜ੍ਹ ਗਏ। ਫਿਰ 4 ਯੁੱਗ ਦਾ ਉੱਥੇ ਪੱਥਰ ਦੀ ਸਿਲਾ ਸੁਸ਼ੋਭਿਤ ਹੈ। ਉੱਥੇ ਕਲਗੀਧਰ ਮਾਨ ਨੇ ਚੌਂਕੜਾ ਮਾਰ ਕੇ ਕਲਯੁੱਗ ਤੱਕ ਤਪ ਕੀਤਾ। ਫਿਰ ਵਾਹਿਗੁਰੂ ਜੀ ਨੇ ਬੁਲਾਵਾ ਭੇਜਿਆ, ਸੱਚਖੰਡ ਤੋਂ ਮੈਸੇਜ ਲੈ ਕੇ ਸਾਰੀ ਗੱਲਬਾਤ ਸਮਝ ਕੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਗ੍ਰਹਿ ਵਿਖੇ ਪਟਨਾ ਸਾਹਿਬਾਂ ਨੇ ਅਵਤਾਰ ਧਾਰਿਆ। ਇਉਂ ਬੜੇ ਚੋਜ ਕੀਤੇ, ਛੋਟੀ ਜਿਹੀ ਉਮਰ 'ਚ ਇੰਨੇ ਵੱਡੇ ਕੰਮ ਕਰ ਦਿੱਤੇ ਜੋ ਬੰਦਾ 1000 ਸਾਲ ਦੀ ਉਮਰ ਵਾਲਾ ਵੀ ਨਹੀਂ ਕਰ ਸਕਦਾ। ਕ੍ਰਿਸ਼ਨ ਜੀ ਦੀ 1000 ਸਾਲ ਹੋਈ ਅਤੇ ਰਾਮ ਜੀ ਦੀ 10,000 ਵਰ੍ਹਿਆਂ ਦੇ ਵਿੱਚ ਵੀ ਉਹਨੇ ਕੰਮ ਨਹੀਂ ਉਹਨਾਂ ਨੇ ਕੀਤੇ
ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ 30-40 ਸਾਲ ਦੀ ਉਮਰ 'ਚ ਹੀ ਕਰ ਦਿੱਤੇ। ਸੋ ਐਸਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਇਆ, ਜਿਹਨੇ ਆਪ ਦਾ ਅਬਚਲ ਨਗਰ ਹਜੂਰ ਸਾਹਿਬ ਵਸਾਇਆ। ਗੁਰੂ ਰਾਮਦਾਸ ਦਾ ਜਿਹੜਾ ਨਗਰ ਹੈ ਉਹ ਅੰਮ੍ਰਿਤਸਰ ਹੈ। ਗੁਰੂ ਗੋਬਿੰਦ ਸਿੰਘ ਇਸ ਨਗਰ 'ਚ ਨਹੀਂ ਆਏ, ਅਤੇ ਗੁਰੂ ਗੋਬਿੰਦ ਸਿੰਘ ਦਾ ਨਗਰ ਅਬਚਲ ਨਗਰ ਹਜੂਰ ਸਾਹਿਬ ਸ਼ਸ਼ੋਭਤ ਹੈ। ਨਾਮ ਜਪਤ ਸੁਖ ਪਾਇਆ ਰਾਮ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨਗਰ ਵਸਾਇਆ, ਅਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨਤਾਰਨ ਸਰੋਵਰ, ਛਿਆਟਾ ਸਾਹਿਬ ਇਤਿਆਦਿਕ ਗੁਰੂ ਘਰਾਂ ਦੀ ਸੇਵਾ ਕੀਤੀ। ਇਹਦੇ ਵਿੱਚ ਜੇ ਤੁਸੀਂ ਹਜੂਰ ਸਾਹਿਬ ਨਾਮ ਜਪੋਗੇ, ਨਾਮ ਜਪ ਕੇ ਰਾਮ ਹੈ ਭਾਈ ਸੁੱਖਾਂ ਨੂੰ ਸ਼ਾਂਤੀ ਨੂੰ ਪਾਓਗੇ। ਇਸੇ ਪ੍ਰਕਾਰ ਅਬਚਲ ਨਗਰ ਗੋਬਿੰਦ ਗੁਰੂ ਕਾ। ਗੋਬਿੰਦ ਪਰਮੇਸ਼ਰ ਸਰੂਪ ਵੱਡੇ ਗੁਰੂ ਸਾਹਿਬ ਜੀ ਦਾ ਰਚਿਆ ਹੋਇਆ ਅੰਮ੍ਰਿਤਸਰ ਸਾਹਿਬ ਅਚਲ ਨਗਰ ਹੈ, ਕਿਉਂਕਿ ਸ਼ਬਦ ਜੋ ਗੁਰੂ ਅਰਜਨ ਸਾਹਿਬ ਦਾ ਹੈ। ਅਤੇ ਅਬਚਲ ਨਗਰ ਅੰਮ੍ਰਿਤਸਰ ਨੂੰ ਕਹਿ ਰਹੇ ਨੇ, ਇਹ ਅਚਲ ਨਗਰ ਹੈ, ਚਲਾਏਮਾਨ ਨਹੀਂ ਹੁੰਦਾ। ਕਈਆਂ ਨੇ ਸੋਚਿਆ ਵੀ ਇਹਨੂੰ ਉਜਾੜ ਦਈਏ, ਦਰਬਾਰ ਸਾਹਿਬ ਢਾਹ ਦਈਏ। ਆ ਸਾਡੀ ਵੋਟਾਂ ਨਾਲ ਚੁਣੀ ਹੋਈ ਕਾਂਗਰਸ ਸਰਕਾਰ, ਬੀਬੀ ਇੰਦਰਾ, ਉਹਨੇ ਵੀ ਸੋਚਿਆ ਵੀ ਇਹਨੂੰ ਢਾਹ ਢੂ ਕੇ ਅਤੇ ਪਾਕਿਸਤਾਨ ਨਾਲ ਜੰਗ ਲਾ ਕੇ ਬੰਬ ਫਟਾ ਕੇ ਅਤੇ ਅੰਮ੍ਰਿਤਸਰ ਦਾ ਮਲੀਆ ਮੇਟ ਹੀ ਕਰ ਦਿਓ। ਪਹਿਲਾਂ ਤਾਂ ਹਿੰਦੁਸਤਾਨ ਪਾਕਿਸਤਾਨ ਬਣਿਆ ਅਤੇ ਮਸਾਂ ਹੀ ਅੰਮ੍ਰਿਤਸਰ ਇੱਧਰ ਨੂੰ ਰੱਖਿਆ। ਜੇ ਸਾਡੇ ਸਰਦਾਰ ਫੌਜੀ ਉੱਥੇ ਮੋਰਚੇ 'ਤੇ ਡਟਦੇ ਨਾ, ਅਤੇ ਅੰਮ੍ਰਿਤਸਰ ਵੀ ਲਾਹੌਰ ਨੂੰ ਹੀ ਚਲਿਆ ਜਾਣਾ ਸੀਗਾ। ਇਹਨਾਂ ਲੋਕਾਂ ਨੂੰ ਕੀ, ਨਨਕਾਣਾ ਸਾਹਿਬ ਗਿਆ ਜਾਂਦਾ ਰਹੇ, ਕਰਤਾਰਪੁਰ ਤਾਂ ਬਿਲਕੁਲ ਨਾਲ ਹੈ ਡੇਰੇ ਬਾਬੇ ਨਾਨਕ ਦੇ, ਉਹ ਵੀ ਪਰਾਂ ਨੂੰ ਭੇਜਤਾ, ਨਨਕਾਣਾ ਸਾਹਿਬ ਵੀ ਭੇਜਤਾ, ਅੰਮ੍ਰਿਤਸਰ ਵੀ ਡਾ ਦੇਣਾ ਸੀਗਾ। ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ 'ਤੇ ਉਹਨੇ ਮਨ 'ਚ ਸੋਚਿਆ ਸੀਗਾ, ਅਤੇ ਪਰ ਉਹ ਲਲਿਤ ਮਾਕਣ ਸ਼ਾਇਦ ਕੋਈ ਉਹਦਾ ਅਸਿਸਟੈਂਟ ਸੀ, ਉਹਦੇ ਮੂੰਹ ਤੋਂ ਇਹ ਗੱਲ ਨਿਕਲ ਗਈ ਜੋ ਬੇਅੰਤ ਸੋਹਣੇ ਸੁਣ ਲਈ ਮਲੋਏ ਵਾਲੇ ਨੇ। ਫਿਰ ਸੋਚਿਆ ਮਨਾ ਵੀ ਆਪਾਂ ਹੈ ਤਾਂ ਸਿੱਖ ਠੀਕ, ਭਾਵੇਂ ਕਾਂਗਰਸੀ ਹਾਂ, ਪਰ ਸੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ। ਸਾਡਾ ਦਰਬਾਰ ਸਾਹਿਬ ਜੇ ਚਲਾ ਗਿਆ ਪਾਕਿਸਤਾਨ, ਫਿਰ ਸਾਥੋਂ ਕੀ ਬਚੂਗਾ? ਇਹ ਬੀਬੀਓ ਹੀ ਨਹੀਂ ਰਹਿਣੀ ਚਾਹੀਦੀ, ਇਹਨੂੰ ਹੀ ਡਾ ਦਿਓ। ਉਹਨੂੰ ਤਾਂ ਗੁੱਸਾ ਆਇਆ ਸੀਗਾ, ਉਹ ਨਹੀਂ ਸੀ ਗੁੱਸਾ ਆਇਆ, ਉਹ ਤਾਂ ਜੱਦੀ ਪੁਸ਼ਤੀ ਕਾਂਗਰਸੀ ਸੀਗੇ। ਤਾਂ ਇਸ ਵਾਸਤੇ ਬੀਬੀ ਦੇ ਮਨ ਦੀ ਵੀ ਸੋਚ ਸੀਗੀ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਬਾਰਡਰ ਖੋਲ੍ਹ ਦਿਓ, ਆਨਾ ਬਾਨਾ ਲਾ ਕੇ ਅਤੇ ਇਹਨੂੰ ਪਰਾਂ ਨੂੰ ਭੇਜ ਦਿਓ। ਬੜਿਆਂ ਲੋਕਾਂ ਨੇ ਸੋਚਿਆ ਵੀ ਅੰਮ੍ਰਿਤਸਰ ਦਾ ਮਲੀਆ ਮੇਟ ਕਰ ਦਿਓ, ਪਰ ਉਹੀ ਇੱਥੋਂ ਖਤਮ ਹੋ ਗਏ। ਦਰਬਾਰ ਸਾਹਿਬ ਦੇ ਵਿੱਚ ਅਜੇ ਵੀ ਵਾਜੇ ਵੱਜਦੇ ਨੇ, ਨਗਾਰੇ ਖੜਕਦੇ ਨੇ। ਕਿਆ ਸੋਹਣਾ ਲਾਈਵ ਕੀਰਤਨ। ਸਿੱਖ ਦੇ ਦਿਲ ਦੀ ਧੜਕਣ, ਬੰਦੇ ਦੀ ਧੜਕਣ ਬੰਦ ਹੋ ਜਾਏ, ਨਬਜ਼ ਬੰਦ ਹੋ ਜਾਏ ਅਤੇ ਬੰਦਾ ਸਮਝ ਲਓ ਮਰ ਗਿਆ। ਡਾਕਟਰ ਧੜਕਣ ਦੇ ਨਬਜ਼ ਚੈੱਕ ਕਰਦੇ ਨੇ। ਜਿੰਨਾ ਚਿਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੈ, ਉਹਨਾਂ ਚਿਰ ਸਿੱਖ ਜਿਉਂਦਾ ਹੈ। ਸਿੱਖ ਦੀ ਜਾਨ ਉਹ ਹਰਿਮੰਦਰ ਸਾਹਿਬ ਦਾ ਕੀਰਤਨ ਹੈ। ਜਦੋਂ ਧੜਕਣੋਂ ਹਟ ਗਿਆ ਦਿਲ, ਅਤੇ ਸਿੱਖ ਡੈਡ ਹੈ, ਸਮਝ ਲਓ ਸਿੱਖ ਨਹੀਂ ਫਿਰ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸਾਡੀ ਜਾਨ ਅੰਮ੍ਰਿਤ ਸਰੋਵਰ ਦੇ ਵਿੱਚ ਪਾਈ ਹੈ ਅਤੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੇ ਵਿੱਚ ਰੱਖੀ ਹੈ। ਇਹ ਅਬਚਲ ਨਗਰ ਅਚਲ ਨਗਰ ਗੋਬਿੰਦ ਗੁਰੂ ਕਾ, ਗੋ ਪ੍ਰਿਥਵੀ ਦੇ ਜੀਵਾਂ ਦੀ ਰੱਖਿਆ ਕਰਨ ਵਾਲੇ ਪੂਜਨੀਕ ਪਰਮੇਸ਼ਰ ਦਾ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਹੈ। ਇਸੇ ਪ੍ਰਕਾਰ ਅਬਚਲ ਨਗਰ ਗੋਬਿੰਦ ਗੁਰੂ ਕਾ। ਸੋ ਗੋਬਿੰਦ ਰੂਪ ਗੁਰੂ ਰਾਮਦਾਸ ਜੀ ਦਾ, ਪਰਮੇਸ਼ਰ ਦਾ। ਆ ਜਿਹੜਾ ਸਤ ਸੰਗਤ ਰੂਪੀ ਘਰ ਹੈ, ਇਹ ਅਚਲ ਨਗਰ ਹੈ। ਜਿੱਥੇ ਵੀ ਸੰਗਤ ਜੁੜਦੀ ਹੈ, ਉਹੀ ਅਬਚਲ ਨਗਰ ਹੈ। ਨਾਮ ਜਪਤ ਸੁਖ ਪਾਇਆ ਰਾਮ। ਜਿੱਥੇ ਬੈਠ ਕੇ ਪਰਮੇਸ਼ਰ ਦਾ ਨਾਮ ਜਪ ਕੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਅਬਚਲ ਨਗਰ ਗੋਬਿੰਦ ਗੁਰੂ ਕਾ। ਗੋਬਿੰਦ ਪਰਮਾਤਮਾ ਦਾ ਸਰੂਪ ਤੇ ਗੁਰੂ ਦਾ ਬਖਸ਼ਿਆ ਹੋਇਆ
ਤੁਰਿਆ ਪਦ ਰੂਪ ਨਗਰ ਵੀ ਅਚਲ ਹੈ। ਨਾਮ ਜਪਤ ਸੁਖ ਪਾਇਆ RAM। ਇਸ ਵਿੱਚ ਨਾਮ ਜਪਦਿਆਂ ਸਥਿਤ ਹੋ ਕੇ ਗੁਰਮੁਖ ਜਨਾਂ ਨੇ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ। RAM ਹੈ ਭਾਈ, ਮਨ ਇੱਛੇ ਸਈ ਫਲ ਪਾਏ। ਜੋ ਵੀ ਮਨ 'ਚ ਇੱਛਾ ਕੀਤੀ ਸੀ ਉਹੀ ਧਰਮ ਅਰਥ ਕਾਮ ਮੋਖ ਰੂਪ ਫਲ ਪ੍ਰਾਪਤ ਕਰ ਲਏ ਹਨ। ਕਰਤਾ ਆਪ ਵਸਾਇਆ RAM। RAM ਹੈ ਭਾਈ, ਇਹ ਅੰਮ੍ਰਿਤਸਰ ਸਾਹਿਬ ਨਗਰ ਜਾਂ ਸਤ ਸੰਗਤ ਰੂਪੀ ਨਗਰ ਜਾਂ ਤੁਰਿਆ ਪਦ ਰੂਪੀ ਨਗਰ ਕਰਤਾ ਰਚਨ ਹਰ ਪਰਮੇਸ਼ਰ ਨੇ ਆਪ ਵਸਾਇਆ ਹੈ, ਜਿਸ ਕਰਕੇ ਇਹਨੂੰ ਕੋਈ ਢਾਹ ਨਹੀਂ ਸਕਦਾ, ਇਹਨੂੰ ਮੇਟ ਨਹੀਂ ਸਕਦਾ। ਕਰਤਾ ਕੌਣ? ਕਰਤਾਰਪੁਰ ਕਰਤਾ ਵਸੈ। ਕੌਣ ਵਸਦਾ? ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਵੀ ਕਰਤਾਰ। ਸੰਤਨ ਗਏ ਪਾਸ, ਉਹਨੇ ਸੰਗਤ ਜੋੜੀ ਹੈ। ਜਿੱਥੇ ਜਾਂਦੇ ਮਹਾਰਾਜ ਕਹਿੰਦੇ ਸੰਗਤ ਕਰੋ ਭਾਈ, ਇਕੱਠੇ ਬੈਠ ਕੇ ਰੱਬ ਦਾ ਭਜਨ ਕਰੋ, ਲੰਗਰ ਚਲਾਓ, ਆਏ ਗਏ ਦੀ ਸੇਵਾ ਕਰੋ। ਇਹ ਗੁਰੂ ਨਾਨਕ ਸਾਹਿਬ ਨੇ ਬਣਾਇਆ ਹੈ ਸੰਗਤ ਦਾ ਘਰ, ਇਹਨੂੰ ਕੋਈ ਢਾਹ ਨਹੀਂ ਸਕਦਾ। ਕਰਤਾ ਆਪ ਵਸਾਇਆ। ਇਹ ਜਿਹੜਾ ਨਗਰ ਰਚਨ ਹਰ ਪਰਮੇਸ਼ਰ ਨੇ ਆਪ ਵਸਾਇਆ ਹੈ। ਸਰਬ ਸੁਖ ਪਾਇਆ। ਇਹਦੇ ਚ ਭਾਵਨਾ ਸਹਿਤ ਵਸਣ ਵਾਲੇ ਸਾਰਿਆਂ ਨੇ ਸੁਖ ਪਾਇਆ ਹੈ। ਪੁੱਤ ਪਾਈ ਸਿੱਖ ਬਿਗਾਸੇ। ਇਸ ਨਗਰ ਦੀ ਸ਼ੋਭਾ ਨੂੰ ਵੇਖ ਕੇ, ਅੰਮ੍ਰਿਤਸਰ ਨਗਰ ਦੀ ਸ਼ੋਭਾ, ਸੱਚਖੰਡ ਹਜੂਰ ਸਾਹਿਬ ਦੀ ਸ਼ੋਭਾ ਤੇ ਸੰਗਤ ਰੂਪੀ ਨਗਰ ਦੀ ਸ਼ੋਭਾ, ਤੁਰਿਆ ਪਦ ਸਰੂਪ ਦੀ ਸ਼ੋਭਾ ਦੇਖ ਕੇ ਪ੍ਰਤੱਖ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ, ਭਰਾ ਮਹਾਦੇਵ ਆਦਿਕ, ਬਾਬਾ ਬੁੱਢਾ ਜੀ ਵਰਗੇ ਆਦਿਕ ਸਿੱਖ ਸਾਰੇ ਖੁਸ਼ ਹੋਏ। ਐਸੇ ਪ੍ਰਕਾਰ ਪੁੱਤ ਪਾਈ ਸਿੱਖ ਬਿਗਾਸੇ। ਗਿਆਨ ਰੂਪੀ ਪੁੱਤਰ, ਸ਼ਰਵਣ ਮੰਨਣ ਰੂਪੀ ਭਾਈ ਤੇ ਸਿੱਖਿਆ ਲੈਣ ਵਾਲੇ ਜਗਿਆਸੂ ਜਨ ਆਦਿਕ ਸਾਰੇ ਆਨੰਦ ਪ੍ਰਸੰਨ ਹੋਏ ਹਨ। ਗੁਣ ਗਾਵਹਿ ਪੂਰਨ ਪਰਮੇਸ਼ਵਰ। ਵਿਆਪਕ ਤੇ ਵੱਡੇ ਈਸ਼ਵਰ ਦੇ ਗੁਣ ਅਸੀਂ ਗਾਉਂਦੇ ਹਾਂ। ਕਾਰਜ ਆਇਆ ਰਸੇ। ਜਿਸ ਕਰਕੇ ਅੰਮ੍ਰਿਤਸਰ ਸਾਹਿਬ ਨਗਰ ਵਸਾਉਣ, ਹਰਿਮੰਦਰ ਸਾਹਿਬ ਰਚਨ ਜਾਂ ਭਾਵ ਭਗਤੀ ਜਾਂ ਗੁਰਮੁਖਾਂ ਦਾ ਮੁਕਤੀ ਰੂਪੀ ਕਾਰਜ ਰਾਸ ਆਇਆ, ਸਚਾਈ ਵਿੱਚ ਆ ਗਿਆ, ਭਾਵ ਠੀਕ ਆ ਗਿਆ ਹੈ। ਪ੍ਰਭ ਆਪ ਸੁਆਮੀ ਆਪੇ ਰੱਖਾ। ਪਰਮੇਸ਼ਰ ਆਪ ਹੀ ਸਾਰਿਆਂ ਦਾ ਸੁਆਮੀ ਮਾਲਕ ਹੈ, ਆਪ ਹੀ ਸਭਨਾਂ ਦਾ ਰਖਵਾਲਾ ਹੈ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਆਪ ਪਿਤਾ ਆਪ ਮਾਇਆ। ਆਪ ਹੀ ਸਭ ਦਾ ਪਿਤਾ ਰੂਪ ਹੈ ਤੇ ਆਪ ਹੀ ਸਭ ਦਾ ਮਾਤਾ ਰੂਪ ਹੈ। ਇਹ ਆਪ ਹੀ ਸੰਤੋਖ ਰੂਪੀ ਪਿਤਾ ਤੇ ਆਪ ਹੀ ਖਮਾ ਰੂਪ ਮਾਤਾ ਹੈ। ਕਾਹੋ ਨਾਨਕ ਸਤਿਗੁਰ ਬਲਹਾਰੀ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਅਸੀਂ ਆਪਣੇ ਵੱਡੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਆ। ਜਿਨ ਇਹੋ ਥਾਨ ਸੁਹਾਇਆ। ਜਿਨ੍ਹਾਂ ਨੇ ਅੰਮ੍ਰਿਤਸਰ ਜਾਂ ਸੰਗਤ ਰੂਪੀ ਅਸਥਾਨ ਸ਼ੋਭ ਨਹੀਂ ਕੀਤਾ ਹੈ। ਘਰ ਮੰਦਰ ਹਟ ਨਾਲੇ ਸੋਹੇ। ਘਰ ਭਾਵ ਗੁਰੂ ਕੇ ਮਹਿਲ, ਮੰਦਰ ਭਾਵ ਹਰਿਮੰਦਰ ਸਾਹਿਬ, ਹਟ ਨਾਲੇ ਹਟੀਆਂ ਭਾਵ ਗੁਰੂ ਕਾ ਬਾਜ਼ਾਰ ਸਭ ਸ਼ੋਭਨੀਕ ਹੋਇਆ ਹੈ। ਜਿਸ ਵਿੱਚ ਨਾਮ ਨਿਵਾਸੀ RAM। ਜਿਹਦੇ ਵਿੱਚ RAM ਨਾਮ ਜਪਣ ਵਾਲੇ ਨਿਵਾਸ ਕਰਦੇ ਨੇ। RAM ਹੈ ਭਾਈ। ਇੱਕ ਗੁਰਮੁਖ ਪਿਆਰੇ ਰੁਮਾਲਿਆਂ ਵਾਲੇ ਹੁੰਦੇ ਸੀ। ਜਦੋਂ ਵੀ ਮਹਾਰਾਜ ਦਾ ਸਰੂਪ ਆਉਂਦਾ ਪਾਲਕੀ ਸਾਹਿਬ, ਸਭ ਤੋਂ ਪਹਿਲੇ ਨੰਬਰ 'ਤੇ ਉਹ ਸਵਈਏ ਪੜ੍ਹਦੇ ਹੁੰਦੇ। ਹੁਣ ਉਹ ਚੜ੍ਹਾਈ ਕਰ ਗਏ ਨੇ। ਜਦੋਂ ਦਾ ਮੈਂ ਵੇਖਦਾ ਉਦੋਂ ਦਾ ਉਹਨਾਂ ਕੋਈ ਨਾਗਾ ਨਹੀਂ ਪਾਇਆ। ਡੇਲੀ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਪ੍ਰਕਾਸ਼ ਵਕਤ ਪਹਿਲੇ ਨੰਬਰ 'ਤੇ ਸਵਈਏ ਪੜ੍ਹਨੇ। ਐਸੇ ਗੁਰਮੁਖ ਪਿਆਰੇ ਅੰਮ੍ਰਿਤਸਰ ਨਗਰ ਦੇ ਵਿੱਚ ਨਿਵਾਸ ਕਰਦੇ ਨੇ। ਦੁਕਾਨਾਂ 'ਤੇ ਜੋ ਮਰਜ਼ੀ ਕਰਨ ਪਰ ਦਰਬਾਰ ਸਾਹਿਬ ਦਾ ਨਾਗਾ ਨਹੀਂ ਪਾਉਂਦੇ। ਅਤੇ ਇਸ਼ਨਾਨ ਬਾਣਵੀਂ ਦੀਵਾਲੀ ਵਿਸਾਖੀ ਲਾਜ਼ਮੀ ਕਰਦੇ। ਤੋ ਇਸ ਵਾਸਤੇ ਨਾਮ ਜਪਣ ਵਾਲੇ, ਗੁਰੂ ਸਾਹਿਬ ਨੂੰ ਮੰਨਣ ਵਾਲੇ ਉੱਥੇ ਗੁਰਮੁਖ ਨਿਵਾਸ ਕਰਦੇ ਨੇ।
ਜਾਂ ਸੰਗਤ ਰੂਪੀ ਘਰ ਵਿੱਚ ਨਾਮ ਜਪਣ ਵਾਲੇ ਹੀ ਆਉਣਾ ਹੈ। ਹਜੂਰ ਸਾਹਿਬ ਵੀ ਜਿਹਦਾ ਥੋੜ੍ਹਾ ਬਹੁਤਾ ਪ੍ਰੇਮ ਹੋ ਉਹੀ ਜਾਊਗਾ। ਤੇ ਇਸ ਵਾਸਤੇ ਇਸੇ ਤਰ੍ਹਾਂ ਘਰ ਮੰਦਰ ਹਟ ਨਾਲੇ ਸੋਹੇ। ਘਰ ਹੁੰਦੇ ਨੇ ਕੱਚੇ, ਕੋਠੇ ਜਿਹੜੇ ਹੁੰਦੇ ਸਾਡੇ ਪੁਰਾਣੇ, ਮੰਦਰ ਹੁੰਦੇ ਨੇ ਪੱਕੇ ਇੱਟਾਂ ਵਾਲੇ, ਬਾਜ਼ਾਰ ਸ਼ੋਭਨੀਕ ਹੋਏ ਨੇ। ਆ ਸੁਹਾਣੇ ਦਾ ਬਾਜ਼ਾਰ ਬੜਾ ਮਸ਼ਹੂਰ ਹੈ। ਆਪਾਂ ਤਾਂ ਇੱਥੇ ਰਹਿੰਦੇ, ਸਾਨੂੰ ਤਾਂ ਪਤਾ ਨਹੀਂ, ਲਾਗੇ ਬੰਦੇ ਨੇ ਪਤਾ ਨਹੀਂ 100 ਪਿੰਡਾਂ ਨੂੰ ਇਹ ਡੀਲ ਕਰਦਾ ਹੋਊਗਾ। ਤੋ ਬੜੀ ਬੜੀ ਦੂਰ ਤੱਕ ਇਹਦੀ ਪ੍ਰਸਿੱਧੀ ਹੈ। ਤੋ ਇਸ ਤਰ੍ਹਾਂ ਸੋ ਜਿੱਥੇ ਗੁਰਦੁਆਰਾ ਉੱਥੇ ਬਾਜ਼ਾਰ ਵੀ ਸੋਹਣੇ ਬਣਦੇ ਨੇ, ਕਿਉਂਕਿ ਸੰਗਤਾਂ ਨੇ ਯਾਤਰਾ ਕਰਨ ਆਉਣਾ ਹੁੰਦਾ ਅਤੇ ਥੋੜ੍ਹਾ ਬਹੁਤਾ ਸਮਾਨ ਘਰ ਦਾ ਦੁਕਾਨਦਾਰਾਂ ਦਾ ਵੀ ਸੌਰ ਜਾਂਦਾ। ਇਉਂ ਬਾਜ਼ਾਰ ਵੀ ਸੋਹਣੇ ਹਨ। ਇਹ ਵੀ ਗੁਰਦੁਆਰੇ ਕਰਕੇ ਹੀ ਨੇ, ਸੰਗਤ ਕਰਕੇ ਹੀ ਹਨ। ਜੇ ਸੰਗਤ ਨਾ ਆਏ ਤੇ ਬਾਜ਼ਾਰ ਵੀ ਠੱਪ ਹੋ ਜਾਏ। ਜਿਸ ਵਿੱਚ ਨਾਮ ਨਿਵਾਸੀ ਰਾਮ। ਜਿਨ੍ਹਾਂ ਘਰਾਂ ਤੇ ਮੰਦਰਾਂ ਦੇ ਵਿੱਚ ਤੇ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਹੋਇਆ ਹੈ, ਤੇ ਬਾਜ਼ਾਰਾਂ ਦੇ ਵਿੱਚ ਕਥਾ ਦੀਆਂ ਕੈਸਟਾਂ, ਗੁਰਬਾਣੀ ਦੇ ਕੀਰਤਨ ਦੀਆਂ ਕੈਸਟਾਂ, ਉਹ ਵੀ ਤਾਂ ਨਾਮ ਦਾ ਨਿਵਾਸ ਹੀ ਆ। ਹੰਸਾਲੀ ਵਾਲੇ ਬਾਬਿਆਂ ਦੀਆਂ, ਬਾਬੇ ਹਨੂੰਮਾਨ ਸਿੰਘ ਦੀਆਂ ਫੋਟੋਆਂ, ਕਿਸੇ ਮਰਜ਼ੀ ਫੋਟੋਗ੍ਰਾਫਰ ਕੋਲ ਚਲੇ ਜਾਓ, ਜਿਹੜੀ ਮਰਜ਼ੀ ਗੁਰੂ ਘਰ ਦੀ ਫੋਟੋ ਲੈ ਲਓ। ਇਹ ਮਹਾਰਾਜ ਦੀ ਮਹਿਮਾ ਹੈ, ਗੁਰੂ ਘਰ ਦੀ ਮਹਿਮਾ ਹੈ। ਇਸੇ ਤਰ੍ਹਾਂ ਘਰ ਮੰਦਰ ਹਟ ਨਾਲੇ ਸੋਹੇ। ਸਰੀਰ ਰੂਪੀ ਘਰ, ਅੰਤःਕਰਨ ਰੂਪੀ ਮੰਦਰ ਤੇ ਇੰਦਰੀਆਂ ਰੂਪ ਬਾਜ਼ਾਰ ਸੋਭਨੀਕ ਉਹਨਾਂ ਦੇ ਹੋਏ ਨੇ। ਇਸੇ ਤਰ੍ਹਾਂ ਘਰ ਮੰਦਰ ਹਟ ਨਾਲੇ ਸੋਹੇ। ਪ੍ਰੋਖ ਅਪਰੋਖ ਗਿਆਨ ਰੂਪੀ ਬਾਜ਼ਾਰ ਸ਼ੋਭ ਰਹੇ ਨੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਜਿਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ। ਰਾਮ ਹੈ ਭਾਈ। ਸੰਤ ਭਗਤ ਹਰ ਨਾਮ ਅਰਾਧਾ ਹੈ। ਜਿਸ ਅੰਮ੍ਰਿਤਸਰ ਨਗਰ ਵਿੱਚ ਜਾਂ ਹਜੂਰ ਸਾਹਿਬ ਨਗਰ ਵਿੱਚ ਜਾਂ ਸਤ ਸੰਗਤ ਰੂਪੀ ਨਗਰ ਵਿੱਚ ਸ਼ਾਂਤ ਚਿੱਤ ਸਤੋ ਗੁਣੀ ਪੁਰਖ ਤੇ ਭਗਤੀ ਕਰਨ ਵਾਲੇ ਸੇਵਕ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਨੇ, ਧਿਆਉਂਦੇ ਨੇ। ਇੱਥੇ ਗੁਰਦੁਆਰੇ ਘੱਟੋ ਘੱਟ ਵੀ 100 ਨਹੀਂ ਤਾਂ ਆਪਣਾ 70-80 ਪਾਠੀ ਜ਼ਰੂਰ ਹੋਣਗੇ। ਤੇ ਡਬਲ ਡਿਊਟੀਆਂ ਨੇ, ਬਾਹਰ ਵੀ ਅੰਦਰ ਵੀ, ਜਿੱਥੇ ਵੀ ਕੋਈ ਯਾਦ ਕਰੇ। ਤੇ ਇਹਨਾਂ ਦਾ ਕੰਮ ਹੀ ਇਹੀ ਹੈ, ਕਮਰੇ 'ਚ ਸਿਰਫ ਵਿਸ਼ਰਾਮ ਕਰਨਾ, ਬਾਕੀ ਔਨ ਡਿਊਟੀ। ਆ ਜਿੰਨੇ ਲੇਬਰ ਵਾਲੇ ਨੇ ਤੇ ਇਹ ਵੀ ਕਾਫੀ ਤੁਰੇ ਫਿਰਦੇ ਨੇ, 60-70 ਤਾਂ ਇਹ ਵੀ ਹੋਣਗੇ। ਇਹਨਾਂ ਦਾ ਕੰਮ ਕੀ ਆ? ਰਗੜਾਈ ਵਾਲੇ, ਮਹਾਰਾਜ ਦਾ ਪ੍ਰਕਾਸ਼ ਹੋਣਾ, ਰਾਤ ਨੂੰ ਵੀ ਅੱਧੀ ਰਾਤ ਤੱਕ ਕੰਮ ਕਰਦੇ। ਸੇਵਾ ਕਰੋ ਤੇ ਕਮਰਾ ਸਿਰਫ ਵਿਸ਼ਰਾਮ ਵਾਸਤੇ, ਥੋੜ੍ਹਾ ਬਹੁਤਾ ਲੰਗਰ ਪਾਣੀ ਛਕੋ। ਗੁਰੂ ਘਰ ਦੇ ਵਿੱਚ ਜੋ ਸੰਗਤ ਆਉਂਦੀ ਹੈ ਤੇ ਜਿੰਨਾ ਵੀ ਕਿਸੇ ਕੋਲ ਟਾਈਮ ਹੈ, ਉਹ ਆਪਦਾ ਭਗਤੀ ਭਾਵ ਦੇ ਨਾਲ, ਸੇਵਾ ਸਿਮਰਨ ਦੇ ਨਾਲ ਹੀ ਆਉਂਦਾ ਹੈ। ਇੱਥੇ ਦੂਜੇ ਬੰਦੇ ਦਾ ਕੰਮ ਹੀ ਕੋਈ ਨਹੀਂ, ਜੇ ਆ ਜਾਏ ਉਹਦਾ ਦਿਲ ਹੀ ਨਹੀਂ ਲੱਗੂਗਾ। ਦੂਸਰੇ ਦਾ ਕੀ ਕੰਮ ਹੈ, ਉਹਦਾ ਜੀ ਨਹੀਂ ਲੱਗਣਾ। ਇਸ ਲਈ ਸੰਤ ਤੇ ਭਗਤ ਨਾਮ ਨੂੰ ਆਰਾਧਨ ਲਈ ਆਉਂਦੇ ਹਨ। ਘਟਿਆ ਜਮ ਕੀ ਫਾਂਸੀ ਰਾਮ। ਤਿੰਨਾਂ ਦੀ ਯਮਦੂਤਾਂ ਦੀ ਫਾਹੀ ਕੱਟੀ ਜਾਂਦੀ ਹੈ। ਘਟੇ ਜਮ ਫਾਂਸੀ ਪ੍ਰਭ ਅਬਨਾਸੀ। ਨਾਸ਼ ਤੋਂ ਰਹਿਤ ਪਰਮੇਸ਼ਰ ਨੇ ਉਹਨਾਂ ਦੀ ਯਮਦੂਤਾਂ ਦੀ ਫਾਹੀ ਕੱਟ ਦਿੱਤੀ ਹੈ। ਹਰ ਹਰ ਨਾਮ ਧਿਆਏ। ਜੋ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਸਗਲ ਸਮਗਰੀ ਪੂਰਨ ਹੋਈ। ਸ੍ਰੀ ਦਰਬਾਰ ਸਾਹਿਬ ਦੇ ਰਚਨ ਦੀ ਸਾਰੀ ਚੀਜ਼ ਵਸਤ ਪੂਰੀ ਹੋਈ ਹੈ। ਉੱਪਰ 2 ਦਸੰਬਰ ਨੂੰ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ, ਬਾਬੇ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ 'ਤੇ। ਤੁਸੀਂ ਕਿਤੇ ਜਾ ਕੇ ਦਰਸ਼ਨ ਪਾ ਕੇ ਆਇਓ, ਕਿੰਨੇ ਬੰਦੇ ਉੱਤੇ ਲੱਗੇ ਕੰਮ ਕਰ ਰਹੇ ਨੇ। ਉਹ ਸਾਰਾ ਸਮਾਨ ਪੂਰਾ ਹੋ ਗਿਆ ਉੱਪਰਲਾ। ਜਿਹੜੇ ਦਿਨ ਨੂੰ ਅਸੀਂ ਯਾਦ ਕਰਦੇ ਸੀਗੇ, ਉਹ ਮਹਾਰਾਜ ਨੇ ਦਿਨ ਹੁਣ ਲਿਆਉਣਾ 2 ਦਸੰਬਰ ਨੂੰ। ਬੜੇ ਸੋਹਣੇ, ਬੜੇ ਦਰਬਾਰ ਸਾਹਿਬ ਦੇ ਵਿੱਚ ਜਿਹਦੀਆਂ ਡਾਟਾਂ ਦੇ ਉੱਪਰ ਹੀ 6 ਕਰੋੜ ਦਾ ਸੋਨਾ ਲੱਗਿਆ ਹੋਇਆ ਹੈ। ਅਤੇ ਪੱਥਰ ਸੋਨੇ ਨੂੰ ਵੀ ਮਹਿੰਗਾ, ਕਿਤੇ ਵੇਖਿਓ ਕਢਾਈ ਕੀਤੀ, ਬੜੇ ਬੜੇ ਸੋਹਣੇ ਸ਼ਸਤਰ ਉੱਥੇ, ਜਿਹੜੇ ਹੀਰੇ ਮੋਤੀ ਇਹਨਾਂ ਦੇ ਬਰਾਬਰ ਕੀ ਨੇ, ਰੰਗਦਾਰ ਪੱਥਰਾਂ ਦੀ ਕਢਾਈ ਹੋਈ ਹੈ। 8 ਲੱਖ ਦੀ ਕਢਾਈ ਤਾਂ ਇੱਥੇ ਥੜੇ ਸਾਹਿਬ 'ਤੇ ਹੀ ਹੈ।
ਹੇਠਾਂ ਹੇਠਾਂ ਹੀ ਬਿਲਕੁਲ ਆ ਜਿਹੜੀ ਤੁਹਾਨੂੰ ਦਿਖਦੀ ਹੈ। ਅਤੇ ਇਸ ਵਾਸਤੇ ਸੋਨੇ ਨੂੰ ਵੀ ਮਹਿੰਗਾ ਪੱਥਰ ਲੱਗਾ ਹੋਇਆ ਅਤੇ ਰੀਝ ਦੇ ਨਾਲ ਕੰਮ ਕਰਾਇਆ ਵੀ ਅਤੇ ਕਰਨ ਵਾਲਿਆਂ ਵੀ ਰੀਝ ਨਾ ਕੀਤਾ। ਉਹ ਸਾਰਾ ਹੁਣ ਪੂਰਾ ਹੋ ਗਿਆ ਹੈ। ਮਨ ਇੱਛੇ ਫਲ ਪਾਏ, ਜੋ ਸਾਡੇ ਮਨ ਦੀ ਇੱਛਾ ਸੀਗੀ ਉਹ ਫਲ ਮਹਾਰਾਜ ਨੇ ਸਾਨੂੰ ਦੇ ਦਿੱਤੇ। ਜਾਂ ਵਿਵੇਕ ਵੈਰਾਗ ਸਮ ਦਾ ਮਾਦਕ ਸਾਧਨ ਬ੍ਰਹਮ ਗਿਆਨ ਦੀ ਸਾਰੀ ਸਮੱਗਰੀ ਪੂਰੀ ਹੋਈ ਹੈ। ਇਸ ਵਿਚਲੇ ਭਾਵਨਾ ਵਾਲੇ ਵਾਸੀਆਂ ਨੇ ਮਨ ਪਾਉਂਦੇ ਧਰਮ ਹਿਰਦ ਕਾਮ ਮੋਖ ਆਦਿਕ ਸਾਰੇ ਫਲ ਪਾ ਲਏ ਹਨ। ਸੰਤ ਸਜਨ ਸੁਖ ਮਾਣ ਰਲੀਆਂ, ਸੰਤ ਸ਼ਾਂਤ ਚਿਤ ਮਹਾਤਮਾ ਸੱਜਣ ਪਿਆਰੇ ਗੁਰਸਿੱਖ ਆਤਮਿਕ ਸੁੱਖ ਆਨੰਦ ਦੇ ਵਿੱਚ ਆਨੰਦ ਮਾਣਦੇ ਨੇ। ਦੁਖ ਦਰਦ ਪ੍ਰਮ ਨਾਸੀ, ਦੁੱਖ ਕਲੇਸ਼ ਦਰਦ ਤੇ ਭਰਮ ਭੁਲੇਖਾਦਿਕ ਜਮਨ ਮਨ ਦਾ ਦੁੱਖ ਵਿਦਿਆ ਦੀਆਂ ਪੀੜਾਂ ਸਭ ਨਾਸ਼ ਹੋ ਗਿਆ ਹੈ। ਸ਼ਬਦ ਸਵਾਰੇ ਸਤਿਗੁਰ ਪੂਰੈ, ਸੋ ਪੂਰੇ ਸਤਿਗੁਰਾਂ ਨੇ ਉਪਦੇਸ਼ ਦੀ ਕਮਾਈ ਕਰਵਾ ਕੇ ਸਵਾਰ ਦਿੱਤੇ ਹਨ। ਨਾਨਕ ਸਦ ਬਲ ਜਾਸੀ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਜਿਨ੍ਹਾਂ ਦੇ ਜੀਵਨ ਸਵਾਰ ਦਿੱਤੇ ਨੇ ਉਹਨਾਂ ਤੋਂ ਮੈਂ ਸਦਾ ਹਮੇਸ਼ਾ ਬਲਿਹਾਰ ਜਾਂਦਾ ਹਾਂ। ਦਾਤ ਖਸਮ ਕੀ ਪੂਰੀ ਹੋਈ, ਸ੍ਰੀ ਅੰਮ੍ਰਿਤਸਰ ਰਚਨ ਦੀ, ਹਜੂਰ ਸਾਹਿਬ ਰਚਨ ਦੀ, ਜਾਂ ਬ੍ਰਹਮ ਵਿਦਿਆ ਦੀ, ਜਾਂ ਸਿੱਖਾਂ ਦੀ ਮੁਕਤੀ ਕਰਨ ਦੀ ਜਿਹੜੀ ਦਾਤ ਸੀ ਮਾਲਕ ਪਰਮੇਸ਼ਰ ਦੀ, ਇਹ ਪੂਰੀ ਹੋਈ ਹੈ। ਜਾਂ ਇਹ ਸਾਨੂੰ ਗੋਡ ਗਿਫਟ ਦੇਤਾ ਐਡਾ ਵੱਡਾ ਦਰਬਾਰ ਸਾਹਿਬ। ਇਹਦਾ ਨਕਸ਼ਾ ਜਿਹੜਾ ਹੈ ਬੜੂ ਸਾਹਿਬ, ਜੇ ਤੁਸੀਂ ਕਿਤੇ ਜਾਓ ਪੌਂਡਾ ਸਾਹਿਬ ਤੋਂ ਵੀ ਅਤੇ ਸ਼ਿਮਲੇ ਤੋਂ ਵੀ ਸੜਕ ਟੁੱਟਦੀ ਹੈ। ਅਕਾਲ ਅਕੈਡਮੀ ਗੁਰਦੁਆਰਾ ਬੜੂ ਸਾਹਿਬ ਹੈ, ਉਹ ਤਾਂ ਵੱਡੇ ਖੇਤਰਫਲ 'ਚ ਹੈ, ਇਹ ਥੋੜ੍ਹਾ ਛੋਟਾ ਹੈ। ਨਕਸ਼ਾ ਬਿਲਕੁਲ ਸੇਮ ਹੈ, ਬੜਾ ਸੁੰਦਰ ਨਕਸ਼ਾ ਅਤੇ ਬੜੀ ਸੁੰਦਰ ਰਚਨਾ ਇਹ ਮਹਾਰਾਜ ਨੇ ਸਵਾਰੀ ਹੋਈ ਹੈ। ਇਹ ਦਾਤ ਖਸਮ ਦੀ, ਇਹ ਗੋਡ ਗਿਫਟ ਮਿਲਿਆ ਪਿੰਡ ਵਾਲਿਆਂ ਨੂੰ ਖਾਸ ਕਰਕੇ। ਅਸੀਂ ਤਾਂ ਪਰਦੇਸੀ ਬੰਦੇ ਹਾਂ, ਥੋੜ੍ਹਾ ਬਹੁਤਾ ਆਨੰਦ ਮੰਗਲ ਜਿੰਨਾ ਸਮਾਂ ਉਹਨਾਂ ਬੰਦਾ ਲਾ ਲਿਆ। ਇਹ ਗੋਡ ਗਿਫਟ ਘਰ 'ਚ ਹੀ ਗੰਗਾ ਦੇ ਦਿੱਤੀ ਇਲਾਕੇ ਵਾਸੀਆਂ ਨੂੰ। ਨਿਤ ਨਿਤ ਚੜ੍ਹੈ ਸੁਵਾਈ ਰਾਮ, ਜੋ ਨਿਤਾ ਪ੍ਰਤੀ ਦੂਣ ਸਵਾਈ, ਜੋ ਗੁਰੂ ਘਰ ਦੀ ਕਮਾਈ ਹੈ, ਗੋਲਕ ਹੈ, ਜੋ ਮਹਾਰਾਜ ਦੀਆਂ ਬਖਸ਼ਿਸ਼ਾਂ ਦਾਤਾਂ ਨੇ ਨਿਤਾ ਪ੍ਰਤੀ ਵਾਧੀਆਂ ਤੁਰੀਆਂ ਜਾਂਦੀਆਂ, ਚੜ੍ਹਦੀ ਕਲਾ ਹੀ ਹੁੰਦੀ ਹੈ ਹਮੇਸ਼ਾ। ਪਾਰ ਬ੍ਰਹਮ ਖਸਮਾਨਾ ਕੀਆ, ਪਰਮੇਸ਼ਰ ਨੇ ਆਪਣਾ ਜਾਣ ਕੇ ਸਾਡਾ ਪੱਖ ਜੋ ਕੀਤਾ ਹੈ। ਜਿਸ ਦੀ ਵੱਡੀ ਵਡਿਆਈ ਰਾਮ, ਜਿਸ ਪਰਮੇਸ਼ਰ ਦੀ ਬਹੁਤ ਵਡਿਆਈ ਸ਼ੋਭਾ ਹੈ ਭਾਈ। ਆਦ ਜੁਗਾਦ ਭਗਤਨ ਕਾ ਰਾਖਾ, ਜੋ ਸੰਸਾਰ ਦੇ ਮੁੱਢ ਤੇ ਜੁਗਾਂ ਦੇ ਵੇਲੇ ਆਪ ਦੇ ਭਗਤਾਂ ਸੇਵਕਾਂ ਦਾ ਰਖਵਾਲਾ ਹੈ। ਸੋ ਪ੍ਰਭ ਭਇਆ ਦਿਆਲਾ, ਉਹ ਪਰਮੇਸ਼ਰ ਦਿਆਲਤਾ ਦੇ ਸਹਿਤ ਹੋਇਆ ਹੈ। ਜੀ ਅਜੰਤ ਸਭ ਸੁਖੀ ਵਸਾਏ, ਸਾਰੇ ਵੱਡੇ ਛੋਟੇ ਜੀਆ ਜੰਤ ਜਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖ ਦੇ ਸਹਿਤ ਵਸਾਏ ਨੇ। ਪ੍ਰਭ ਆਪੇ ਕਰ ਪ੍ਰਤਪਾਲਾ, ਪਰਮੇਸ਼ਰ ਆਪ ਹੀ ਸਭਨਾਂ ਦੀ ਪਾਲਣਾ ਕਰਦਾ ਹੈ। ਇੱਥੇ ਵੇਖਿਓ ਕਿੰਨਿਆਂ ਦੀ ਪਾਲਣਾ ਹੋ ਰਹੀ ਹੈ, ਕਿੰਨਾ ਮਹਾਰਾਜ ਦਾ ਲੰਗਰ ਚੱਲਦਾ। ਮੈਂ ਤਾਂ ਸੋਚਦਾ ਵੀ ਜਿੰਨਾ ਮਰਜ਼ੀ ਬੰਦਾ ਵੱਡਾ ਹੋਵੇ, ਕਿਸੇ ਦੀ ਭਾਵੇਂ ਕਰੋੜਾਂ ਅਰਬਾਂ ਦੀ ਕਮਾਈ ਵੀ ਕਿਉਂ ਨਾ ਹੋਵੇ, ਉਹਨੇ ਇਹੋ ਜਿਹਾ ਲੰਗਰ ਉਹ ਕੀ ਚਲਾ ਲੈਣਾ, ਉਹ ਤਾਂ ਸੋਚ ਵੀ ਨਹੀਂ ਸਕਦਾ। ਕੋਈ ਬੰਦਾ ਭਾਵੇਂ ਮੰਤਰੀ ਹੈ ਅਤੇ ਭਾਵੇਂ ਜੋ ਮਰਜ਼ੀ ਹੈ, ਕੋਈ ਰਾਜਾ ਮਹਾਰਾਜਾ ਵੀ ਇਸ ਤਰ੍ਹਾਂ ਦਾ ਲੰਗਰ ਨਹੀਂ ਚਲਾ ਸਕਦਾ ਜਿੰਨਾ ਸੰਗਤਾਂ ਦਾ ਤਿਲ ਫੁੱਲ ਇੱਥੇ ਗੁਰੂ ਕਾ ਲੰਗਰ। ਉੱਥੇ ਗੁਰੂ ਰਾਮਦਾਸ ਦਾ ਵੇਖੋ ਜਾ ਕੇ 5-5 ਮੰਜ਼ਲਾਂ ਏਸੀ, ਫਿਰ ਅਤੇ ਪਤਾ ਨਹੀਂ ਕਿਵੇਂ ਗੁਰੂ ਮਹਾਰਾਜ ਇਹ ਸਾਰਾ ਪ੍ਰਬੰਧ ਕਰਦਾ ਹੈ। ਇਸ ਵਾਸਤੇ ਆਪੇ ਸਭਨਾਂ ਦੀ ਪਾਲਣਾ ਕਰ ਰਿਹਾ ਹੈ। ਆਤਮਾ ਦੀ ਰੂਹ ਦੀ ਖੁਰਾਕ ਇੱਥੇ ਮਿਲਦੀ ਹੈ ਗੁਰੂ ਸਾਹਿਬ ਦੇ ਦਰਬਾਰ 'ਚ, ਅਤੇ ਸਰੀਰ ਦੀ ਖੁਰਾਕ ਲੰਗਰ ਦੇ ਵਿੱਚ ਹੈ। ਤੈ ਦਿਸ ਪੂਰ ਰਹਿਆ ਜਸ ਸੁਆਮੀ, ਮਾਲਕ ਪਰਮੇਸ਼ਰ ਦਾ ਜਿਹੜਾ ਜਸ ਹੈ ਉਹ ਦਸਾਂ ਦਿਸ਼ਾਵਾਂ ਦੇ ਵਿੱਚ ਸੰਪੂਰਨ ਹੋ ਰਿਹਾ ਹੈ। ਲੋਕਡਾਊਨ ਦੇ ਵਿੱਚ ਸਿੱਖਾਂ ਨੇ ਇੰਨਾ ਲੰਗਰ ਵਰਤਾਇਆ ਵੀ ਅਮਰੀਕਾ ਤੱਕ ਧੁੰਮਾਂ ਪੈ ਗਈਆਂ। ਪੁਲਿਸ ਵਾਲਿਆਂ ਨੂੰ ਵੀ ਮੰਨਣਾ ਪਿਆ ਵੀ ਸੱਚਮੁੱਚ
ਅੱਜ ਗੁਰੂ ਕੇ ਲੰਗਰ ਦੀ ਮਹਾਨਤਾ ਸਾਨੂੰ ਪਤਾ ਚੱਲੀ ਹੈ। ਕੀਮਤ ਕਹਿਣ ਨ ਜਾਈ। ਇਸੇ ਵਾਸਤੇ ਸੰਗਤ ਦੀ ਕੀਮਤ ਨਹੀਂ ਕੋਈ ਪਾ ਸਕਦਾ ਹੈ। ਜੋ ਚਾਹਵੇ ਇਹ ਕਰ ਸਕਦੀ ਹੈ। ਕਾਹੋ ਨਾਨਕਾ ਸਤਿਗੁਰ ਬਲਹਾਰੀ। ਜਿਹੜੇ ਸੰਗਤ ਦੇ ਮੁਖੀ ਸਤਿਗੁਰੂ ਜੀ ਨੇ, ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਵੱਡੇ ਗੁਰਾਂ ਤੋਂ। ਜਿਨ ਅਵ ਚਲਨੀ ਵਰਖਾਈ। ਜਿਨ੍ਹਾਂ ਅੰਮ੍ਰਿਤਸਰ ਸ਼ਹਿਰ ਦੀ, ਹਜੂਰ ਸਾਹਿਬ ਸ਼ਹਿਰ ਦੀ, ਆ ਸੰਗਤ ਰੂਪੀ ਸ਼ਹਿਰ ਦੀ, ਗੁਰੂ ਘਰ ਦੀ ਅਚਲ ਨੀਮ ਰਖਾਈ ਹੈ। 10-12 ਸਾਲ ਤਾਂ ਇਹਨੂੰ ਬਣਦਿਆਂ ਨੂੰ ਹੀ ਹੋ ਗਏ, ਅਤੇ ਕਿੰਨੀ ਵੱਡੀ ਵੇਖੋ ਵੈਲਿਡਿਟੀ ਹੈ। 100 ਸਾਲ ਤਾਂ ਕਿਤੇ ਵੀ ਨਹੀਂ ਜਾਂਦਾ, ਅਤੇ ਇਸ ਵਾਸਤੇ ਅਚਲ ਨਹੀਂ ਰੱਖ ਦਿੱਤੀ ਹੈ। ਗਿਆਨ ਧਿਆਨ ਪੂਰਨ ਪਰਮੇਸ਼ਰ। ਜਾਂ ਬ੍ਰਹਮ ਰੂਪ ਮੰਦਰ 'ਤੇ ਚੜ੍ਹਨ ਲਈ ਭਗਤੀ ਰੂਪ ਅਚਲ ਨਹੀਂ ਰੱਖੀ। ਮੈਂ ਹਾਂਗਕਾਂਗ ਜਾ ਕੇ ਆਇਆ, ਉੱਥੇ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ, ਅਤੇ ਜਦੋਂ ਉਹਨੂੰ ਵਧਾਇਆ ਮੈਨੂੰ ਕਹਿੰਦੇ ਅਰਦਾਸ ਕਰ। ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਅਰਦਾਸ, ਗੁਰਦੁਆਰੇ ਢਾਉਣ ਦੀ ਅਰਦਾਸ ਮੈਥੋਂ ਕਰਾਉਣੀ ਤੁਸੀਂ? ਪ੍ਰਧਾਨ ਜੀ ਨੂੰ ਮੈਂ ਆਖਿਆ, ਮੈਂ ਕਿਹਾ 5 ਪਿਆਰੇ ਬੁਲਾਓ ਇੰਡੀਆ ਤੋਂ, ਆਪਾਂ ਕਿਉਂ ਕਰੀਏ? ਇੰਨਾ ਪੁਰਾਣਾ ਗੁਰਦੁਆਰਾ ਸੰਗਤ ਨੇ ਵਿਰੋਧਤਾ ਕੀਤੀ, ਪਰ ਨਹੀਂ, ਜਿਹੜੀ ਚੀਜ਼ ਪੁਰਾਣੀ ਹੋਈ ਹੈ ਉਹਨੂੰ ਨਵੀਂ ਵੀ ਤਾਂ ਬਣਾਉਣਾ ਹੀ ਹੈ। ਇਹ ਸ਼ਰਧਾ ਵਾਲੀ ਗੱਲ ਹੈ। ਅਤੇ ਫਿਰ 5 ਪਿਆਰੇ ਇੱਥੋਂ ਗਏ, ਅਤੇ ਗੁਰੂ ਘਰ ਇੰਨਾ ਸੋਲਿਡ ਬਣਿਆ ਹੋਇਆ। ਸਰਕਾਰ ਨੇ ਆਖਿਆ ਭਾਈ ਜਿਹੜੀਆਂ ਚੀਜ਼ਾਂ ਵਧੀਆ ਨੇ ਉਹ ਪੁਰਾਤਨ ਚੀਜ਼ਾਂ ਨੂੰ ਉਸੇ ਤਰ੍ਹਾਂ ਹੀ ਲਾਉਣਾ, ਗੁੰਮਟਾਂ ਨੂੰ ਜਾਂ ਹੋਰ ਜਿਹੜੀਆਂ ਸਿਲਾਂ ਨੇ ਪੁਰਾਤਨਤਾ ਵੀ ਸਾਂਭ ਕੇ ਰੱਖਣੀ ਹੈ, ਕਿਉਂਕਿ ਵਿਰਾਸਤ ਹੈ। ਤੋ ਐਸਾ ਇਹ ਮਹਾਰਾਜ ਦਾ ਅਚਲ ਸ਼ਹਿਰ ਹੈ। ਜਿਹੜਾ ਕਾਮਾ ਗਾਟਾ ਮਾਰੂ ਜਹਾਜ਼ ਬਾਬਾ ਗੁਰਦਿੱਤ ਸਿੰਘ ਜੀ ਲੈ ਕੇ ਗਏ, ਅਤੇ ਉਹਨਾਂ ਦੇ ਵੇਲੇ ਉਹ ਗੁਰਦੁਆਰਾ ਸੀਗਾ, ਉਹਨਾਂ ਸਿੱਖਾਂ ਰਲ ਕੇ ਬਣਾਇਆ। ਜਾਪਾਨ ਦਾ ਜਹਾਜ਼ ਉਹਨਾਂ ਨੇ ਕਿਰਾਏ 'ਤੇ ਲਿਆ ਸੀਗਾ, ਅਤੇ ਵੈਨਕੂਵਰ ਲਾਇਆ, ਉੱਥੇ ਲੱਗਣ ਨਹੀਂ ਦਿੱਤਾ। ਫਿਰ ਦੁਬਾਰਾ ਤੋਂ ਕਲਕੱਤੇ ਬਜ ਘਾਟ 'ਤੇ ਆ ਕੇ ਗੋਲੀਆਂ ਦੀ ਬਛਾੜ ਹੋਈ। ਰਹੋ ਵਿਚਾਰ, ਮਹਾਰਾਜ ਕਹਿੰਦੇ ਨੇ ਗਿਆਨ ਧਿਆਨ ਪੂਰਨ ਪਰਮੇਸ਼ਰ। ਇਸ ਹਰਿਮੰਦਰ ਸਾਹਿਬ ਦੇ ਵਿੱਚ, ਸੰਗਤ ਦੇ ਵਿੱਚ ਪੂਰੇ ਪਰਮਾਤਮਾ ਦਾ ਗਿਆਨ ਅਤੇ ਧਿਆਨ ਪ੍ਰਾਪਤ ਹੋਵੇਗਾ ਉਹਨੂੰ ਜਿਹੜਾ ਬੈਠੂਗਾ। ਹਰ ਹਰ ਕਥਾ ਨਿਤ ਸੁਣੀਐ ਰਾਮ। ਇਸ ਲਈ ਘੜੀ ਘੰਟਾ ਬੈਠ ਕੇ ਰਾਮ ਹੈ ਭਾਈ, ਹੈ ਗੁਰਮੁਖੋ, ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਨੂੰ ਰੋਜ਼ ਸੁਣੋ। 5-7 ਮਿੰਟ ਨਾਲ ਨਹੀਂ ਪਤਾ ਲੱਗਦਾ ਕੀ ਗੱਲ ਚੱਲਦੀ ਹੈ, ਜਾਂ ਇੱਕ ਦਿਨ ਨਾਲ ਨਹੀਂ ਸਮਝ ਆਉਂਦੀ। ਜਦੋਂ ਡੇਲੀ ਸੁਣਾਂਗੇ ਫਿਰ ਇਹ ਨਿਯਮ ਵੱਜ ਜਾਏਗਾ। ਇਸੇ ਤਰ੍ਹਾਂ ਗਿਆਨ ਧਿਆਨ ਪੂਰਨ ਪਰਮੇਸ਼ਰ। ਸੋ ਹਰ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਹਰ ਹਰ ਕਥਾ ਨਿਤ ਸੁਣੀਐ ਰਾਮ। ਨਿਤਾ ਪ੍ਰਤੀ ਕਥਾ ਸਰਵਣ ਕਰੀਏ ਤਾਂ ਪੂਰਨ ਪਰਮੇਸ਼ਰ ਦੇ ਸਰਗੁਣ ਸਰੂਪ ਦਾ ਧਿਆਨ ਲੱਗ ਜਾਵੇਗਾ ਤੇ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਵੇਗਾ। ਅਨਹਦ ਚੋਜ ਭਗਤ ਭਵ ਭੰਜਨ। ਭਗਤਾਂ ਦੇ ਡਰ ਜਮਨ ਮਨ ਦੇ ਦੁੱਖ ਨਾਸ਼ ਕਰਨ ਵਾਲੇ ਪਰਮੇਸ਼ਰ ਦੇ ਬੇਅੰਤ ਇੱਕ ਰਸ ਅਸਚਰਜ ਕੌਤਕ ਨੇ ਜੋ ਸੰਗਤ ਵਿੱਚ ਵਰਤਦੇ ਨੇ। ਅਨਹਦ ਵਾਜੇ ਧੁਨੀਐ ਰਾਮ। ਅਤੇ ਇੱਕ ਰਸ ਵਾਹਿਗੁਰੂ ਨਾਮ ਦੇ ਵਾਜਿਆਂ ਦੀ ਸੁੰਦਰ ਆਵਾਜ਼ ਹੈ। ਉਹਦੇ ਅੰਦਰ ਵਾਜਿਆਂ ਦੀ ਧੁਨੀ ਭਾਵ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਰਸ ਕੀਰਤਨ ਹੁੰਦਾ ਹੈ। ਅੰਦਰ ਵੀ ਤੋ ਵਾਜੇ ਅਨਹਦ ਤੂਰੇ ਨਾਮ ਦੇ ਵਾਜੇ ਵੱਜਣਗੇ। ਅਨਹਦ ਰੁਣ ਅਨਹਦ ਝੁਣਕਾਰੇ ਤਤ ਵਿਚਾਰੇ। ਇੱਕ ਰਸ ਕੀਰਤਨ ਦੀ ਧੁਨੀ ਹੁੰਦੀ ਰਹੇਗੀ, ਸਾਰ ਸਰੂਪ ਬ੍ਰਹਮ ਦੀ ਵਿਚਾਰ ਹੋਵੇਗੀ। ਸੰਤ ਗੋਸ਼ਟ ਨਿਤ ਹੋਵੈ। ਤੇ ਸ਼ਾਂਤ ਚਿਤ ਗੁਰਮੁਖਾਂ ਦੀ ਨਿਤ ਪ੍ਰਤੀ ਚਰਚਾ ਹੋਵੇਗੀ।
ਇਸੇ ਪ੍ਰਕਾਰ ਅਨਹਦ ਝੁਣਕਾਰੇ ਤਤ ਵਿਚਾਰੇ। ਜਦ ਤਤ ਸਰੂਪ ਦੀ ਵਿਚਾਰ ਕਰੀਦੀ ਹੈ ਤਦੋਂ ਹੱਦ ਤੋਂ ਰਹਿਤ ਇੱਕ ਰਸ ਰੋਮ ਰੋਮ ਵਿੱਚ ਅਜਪਾ ਜਾਪ ਦੀ ਛਣਕਾਰ ਪੈਂਦੀ ਹੈ। ਸੰਤ ਗੋਸ਼ਟ ਨਿਤ ਹੋਵੈ ਤੇ ਸ਼ੁਭ ਗੁਣਾ ਰੂਪੀ ਸੰਤਾਂ ਦੀ ਆਪਸ ਵਿੱਚ ਨਿਤਾ ਪ੍ਰਤੀ ਸ੍ਰੇਸ਼ਟ ਚਰਚਾ ਰਹਿੰਦੀ ਹੈ। ਭਾਵ ਸ਼ੁਭ ਗੁਣਾਂ ਦੀ ਆਵਰਣ ਦੇ ਪਰਦੇ ਨੂੰ ਚੁੱਕਣ ਲਈ ਵਿਚਾਰ ਚੱਲਦੀ ਰਹਿੰਦੀ ਹੈ। ਜਾਂ ਇਸੇ ਤਰ੍ਹਾਂ ਸੰਤ ਗੋਸ਼ਟ ਨਿਤ ਹੋਵੈ ਸੰਤਾਂ ਦੀ ਸੰਗਤ ਚ ਨਿਤਾ ਪ੍ਰਤੀ ਆਤਮਿਕ ਸਰੂਪ ਦੀ ਪ੍ਰਾਪਤੀ ਲਈ ਚਰਚਾ ਹੁੰਦੀ ਰਹਿੰਦੀ ਹੈ। ਸੰਤ ਗੋਸ਼ਟ ਨਿਤ ਹੋਵੈ ਆਵਰਨ ਰੂਪ ਪਰਦੇ ਨੂੰ ਚੁੱਕਣ ਲਈ ਵਿਚਾਰ ਹੁੰਦੀ ਰਹਿੰਦੀ ਹੈ। ਸੰਤ ਗੋਸ਼ਟ ਨਿਤ ਹੋਵੈ ਸੰਤ ਜਨਾਂ ਦੀ ਸਰਗੁਣ ਸਰੂਪ ਪਰਮੇਸ਼ਰ ਨਾਲ ਨਿਤਾ ਪ੍ਰਤੀ ਗੋਸ਼ਟ ਹੁੰਦੀ ਰਹਿੰਦੀ ਹੈ। ਭਾਵ ਪਰਮੇਸ਼ਰ ਸਗੁਣ ਸਰੂਪ ਧਾਰ ਕੇ ਸੰਤ ਜਨਾਂ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਬਾਤਾਂ ਕਰਦਾ ਹੈ। ਹਰ ਨਾਮ ਅਰਾਧਾ ਮੈਲ ਸਭ ਕਾਟੈ। ਇੱਥੇ ਗੁਰਮੁਖ ਜਨ ਸੰਗਤ ਵਿੱਚ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਰਹਿਣਗੇ, ਆਪਣੀ ਪਾਪਾਂ ਦੀ ਅਵਿਦਿਆਦਿਕ ਦੀ ਮੈਲ ਕੱਟਦੇ ਰਹਿਣਗੇ। ਕੇਲ ਵਿਖ ਸਗਲੇ ਖੋਵੈ ਔਰ ਸਾਰੇ ਪਾਪਾਂ ਨੂੰ ਵੀ ਨਾਸ਼ ਕਰ ਲਿਆ ਕਰਨਗੇ। ਤਹ ਜਨਮ ਨ ਮਰਨ ਆਵਣ ਜਾਣਾ। ਉੱਥੇ ਭਾਵ ਹਰਿਮੰਦਰ ਸਾਹਿਬ 'ਚ ਜਾਂ ਸੰਗਤ 'ਚ ਭਾਵਨਾ ਦੇ ਸਹਿਤ ਰਹਿਣ ਕਰਕੇ ਨਾ ਹੀ ਜੰਮਣਾ ਮਰਨਾ ਹੋਏਗਾ, ਨਾ ਹੀ ਮੁੜ ਕੇ ਆਉਣਾ ਜਾਣਾ ਹੋਵੇਗਾ। ਬੋਹੜ ਨ ਪਾਈਐ ਜੋਨੀਐ ਫਿਰ ਜੂਨਾਂ ਦੇ ਵਿੱਚ ਵੀ ਨਹੀਂ ਪਾਏ ਜਾਣਗੇ, ਕਲਿਆਣ ਨੂੰ ਪ੍ਰਾਪਤ ਹੋ ਜਾਣਗੇ। ਨਾਨਕ ਗੁਰ ਪਰਮੇਸ਼ਰ ਪਾਇਆ। ਸਤਿਗੁਰੂ ਜੀ ਕਹਿੰਦੇ ਅਸਾਂ ਨੇ ਪਰਮੇਸ਼ਰ ਰੂਪ ਗੁਰੂ ਸਾਹਿਬ ਨੂੰ ਪਾਇਆ। ਜਿਸ ਪ੍ਰਸਾਦ ਏਸ਼ ਪੁੰਨੀਐ ਜਾਂ ਗੁਰਾਂ ਦੁਆਰਾ ਪਰਮੇਸ਼ਰ ਨੂੰ ਪਾਇਆ, ਜਿਹਦੀ ਕਿਰਪਾ ਕਰਕੇ ਸਾਡੀ ਸਾਰੀ ਇੱਛਾ ਚਾਹਨਾ ਪੂਰੀ ਹੋ ਗਈ ਹੈ। 2 4 5 ਮਿੰਟ ਕਈ ਵਾਰ ਵੱਧ ਲੱਗ ਜਾਂਦੇ ਨੇ, ਸੰਗਤ ਮੈਨੂੰ ਮਾਫ਼ ਕਰਨਾ, ਕਿਉਂਕਿ ਸ਼ੰਤ ਸ਼ਬਦ ਚੱਲ ਰਹੇ ਨੇ। 4 ਪੌੜੀਆਂ ਵੱਡੀਆਂ ਵੱਡੀਆਂ ਨੇ, ਸੋਚੀਦਾ ਵੀ ਸ਼ਬਦ ਸੰਪੂਰਨ ਹੀ ਹੋ ਜਾਏ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਤਹ ਜਨਮ ਨ ਮਰਨ ਆਵਣ ਜਾਣਾ। ਬੋੜ ਨ ਪਾਈਐ ਜੋਨੀਐ, ਨਾਨਕ ਗੁਰ ਪਰਮੇਸ਼ਰ ਪਾਇਆ। ਜਿਸ ਪ੍ਰਸਾਦ ਇਸ਼ ਪੁੰਨੀਐ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਜੀਆਂ ਵਧਾਈਆਂ ਰਾਗ ਰਤਨ ਪਰਵਾ